ਗੁਰੂ ਦੇ ਸ਼ਬਦ ਦੇ ਵਿੱਚ ਜੁੜੀ ਹੋਈ ਸੁਰਤ ਔਰ ਬਿਰਤੀ ਇਸ ਲਾਇਕ ਬਣ ਜਾਂਦੇ ਹਨ ਕਿ ਉਹਨਾਂ ਨੂੰ ਉਸ ਬ੍ਰਹਮ ਦੀ, ਉਸ ਪ੍ਰਭੂ ਦੀ ਸ਼ਨਾਖਤ ਹੋਣ ਲੱਗ ਪੈਂਦੀ ਹੈ। ਭਾਵੇਂ ਬਿਰਤੀ ਸਾਡੇ ਕੋਲ ਉਹੀ ਹੈ ਜੋ ਵਿਕਾਰਾਂ ਦੇ ਵਿੱਚ ਗ੍ਰਸੀ ਹੋਈ ਹੈ, ਫਸੀ ਹੋਈ ਹੈ, ਪਰ ਜਦੋਂ ਇਸ ਬਿਰਤੀ ਨੂੰ ਗੁਰੂ ਸ਼ਬਦ ਵਿੱਚ ਕੋਈ ਜੋੜਨ ਦੀ ਕਾਲਣਾ ਆਰੰਭ ਕਰਦਾ ਹੈ ਤੇ ਪਹਿਲੇ ਕਦਮ ਤੋਂ ਹੀ ਪਰਿਵਰਤਨ ਸ਼ੁਰੂ ਹੋ ਜਾਂਦਾ ਹੈ। ਬਿਲਕੁਲ ਇੰਜ ਹੀ ਯਾਤਰਾ ਭਾਵੇਂ ਕਿੰਨੀ ਲੰਬੀ ਕਿਉਂ ਨਾ ਹੋਵੇ, ਅਗਰ ਤੁਸੀਂ ਪਹਿਲਾ ਕਦਮ ਪੁੱਟ ਲਿਆ ਹੈ ਤੇ ਇੱਕ ਕਦਮ ਤੁਸੀਂ ਆਪਣੀ ਮੰਜ਼ਿਲ ਦੇ ਨਜ਼ਦੀਕ ਹੋ। ਉਹ ਕਦਮ ਤੁਹਾਨੂੰ ਦੁਬਾਰਾ ਨਹੀਂ ਪੁੱਟਣਾ ਪਵੇਗਾ, ਉਹ ਕਦਮ ਤੁਸੀਂ ਚੱਲ ਲਿਆ ਹੈ। ਯਾਦ ਰੱਖਣਾ, ਬਹੁਤੇ ਲੋਕ ਇਸ ਗੱਲ ਤੋਂ ਹੀ ਚਿੰਤਾ ਵਿੱਚ ਜਾਂ ਸੰਸ਼ੇ ਵਿੱਚ ਪੈਂਦੇ ਹੋਏ ਨਜ਼ਰ ਆਏ ਹਨ ਕਿ ਕਈ ਸਾਲਾਂ ਤੋਂ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਕਰ ਰਹੇ ਹਾਂ, ਨਾਮ ਦਾ ਅਭਿਆਸ ਵੀ ਕਰ ਰਹੇ ਹਾਂ, ਗੁਰ ਸ਼ਬਦ ਦੀ ਵਿਚਾਰ ਵੀ ਕਰ ਰਹੇ ਹਾਂ, ਪਰ ਕੁਝ ਪ੍ਰਾਪਤੀ ਹੁੰਦੀ ਹੱਥ ਪੱਲੇ ਦਿਸਦੀ ਨਹੀਂ। ਬੜੇ ਲੋਕਾਂ ਦੀ ਇਹ ਸੋਚ, ਇਹ ਵਿਚਾਰ ਉਹਨਾਂ ਨੂੰ ਚਿੰਤਿਤ ਵੀ ਕਰਦੀ ਹੈ ਤੇ ਕਈ ਵਾਰ ਉਹਨਾਂ ਦੇ ਅੰਦਰ ਸੰਸਾ ਵੀ ਪੈਦਾ ਕਰਦੀ ਹੈ। ਯਾਦ ਰੱਖਿਓ ਇੱਕ ਗੱਲ ਕਿ ਰੱਬ ਨਾਲੋਂ ਸਾਨੂੰ ਲੰਮੇ ਵਿਛੋੜੇ ਪਏ ਹੋਏ ਹਨ। ਲਗਨ ਜਨਮ ਵਿਜੋਗ, ਇਹਦਾ ਜ਼ਿਕਰ ਬਾਣੀ ਕਰਦੀ ਹੈ। ਤੇ ਲੰਮੇ ਵਿਛੋੜਿਆਂ ਨੂੰ ਫਿਰ ਸੰਜੋਗ ਵਿੱਚ ਬਦਲਣਾ ਹੋਵੇ ਤੇ ਸਮਾਂ ਲੱਗਦਾ ਹੈ। ਔਰ ਜਦੋਂ ਮੈਂ ਇੱਥੇ ਸਮੇਂ ਦੀ ਗੱਲ ਕਰ ਰਿਹਾ ਹਾਂ ਤੇ ਇੱਥੇ ਮਨੁੱਖੀ ਦ੍ਰਿਸ਼ਟੀਕੋਣ ਤੋਂ ਗੱਲ ਹੋ ਰਹੀ ਹੈ, ਜੀਵ ਦੇ ਦ੍ਰਿਸ਼ਟੀਕੋਣ ਤੋਂ, ਕਿ ਜੀਵ ਚੱਲ ਚੱਲ ਕੇ ਉੱਥੇ ਤੱਕ ਪਹੁੰਚੇਗਾ। ਹਾਂ, ਬਖਸ਼ਿਸ਼ ਵਾਲੀ ਅਗਰ ਵਿਚਾਰ ਉਸ ਰੱਬ ਵੱਲੋਂ ਪ੍ਰਾਪਤ ਹੋ ਜਾਵੇ, ਉਹਦੀ ਮੇਰਾਮਤ ਹੋ ਜਾਵੇ, ਫਿਰ ਬਾਣੀ ਕਹਿੰਦੀ ਹੈ ਮਿਲਦਿਆਂ ਢਿੱਲ ਨਾ ਹੋਵੇ। ਮਿਲਣ ਵਿੱਚ ਫਿਰ ਢਿੱਲ ਨਹੀਂ ਲੱਗਦੀ। ਇੰਜ ਲੱਗ ਰਿਹਾ ਸੀ ਬਹੁਤ ਦੂਰ ਹੈ ਹਲੇ ਮੰਜ਼ਿਲ, ਅਗਲੇ ਹੀ ਪਲ ਉਹ ਆਪ ਆ ਕੇ ਮਿਲ ਪਿਆ। ਸਾਰਾ ਪੈਂਡਾ ਮੁੱਕ ਗਿਆ, ਸਾਰੀ ਯਾਤਰਾ ਖਤਮ ਹੋ ਗਈ, ਕਿਉਂਕਿ ਮੰਜ਼ਿਲ ਆਪ ਆ ਗਈ ਹੈ, ਮੁਕਾਮ ਆਪ ਆ ਗਿਆ ਹੈ ਮੁਸਾਫਰ ਦੇ ਕੋਲ। ਇਹ ਰੱਬੀ ਮਾਰਗ ਦੀ ਇੱਕ ਬੜੀ ਵੱਡੀ ਵਡਿਆਈ ਹੈ। ਉਂਝ ਕਦੀ ਮੰਜ਼ਿਲ ਮੁਸਾਫਰ ਕੋਲ ਨਹੀਂ ਆਉਂਦੀ, ਹਮੇਸ਼ਾ ਮੁਸਾਫਰ ਨੂੰ ਮੰਜ਼ਿਲ ਤੱਕ ਜਾਣਾ ਪੈਂਦਾ ਹੈ। ਪਰ ਸਿਮਰਨ ਦਾ, ਭਗਤੀ ਦਾ ਮਾਰਗ ਕਿਉਂ ਵਿਲੱਖਣ ਹੈ? ਇਹਦੀ ਵਡਿਆਈ ਕਿਉਂ ਕੀਤੀ ਗਈ? ਇਤਨੇ ਯੁੱਗਾਂ ਤੋਂ ਇਸ ਮਾਰਗ ਦੀ ਵਿਚਾਰ ਕਿਉਂ ਕੀਤੀ ਜਾ ਰਹੀ ਹੈ? ਕਾਰਨ ਇਹ ਹੈ ਕਿ ਭਾਵੇਂ ਲੰਮੇ ਵਿਛੋੜੇ ਪਏ ਹੋਣ, ਬਹੁਤ ਜਨਮ ਵਿਛੜੇ ਥੇ ਮਾਧੋ, ਹਉ ਆਇਆ ਦੂਰੋਂ ਚੱਲ ਕੇ। ਆਪ ਜਾਣਦੇ ਹੋ ਇਹ ਸਾਰੀ ਵਿਚਾਰ। ਭਾਵੇਂ ਲੰਮੇ ਵਿਛੋੜੇ ਪਏ ਹੋਏ ਹਨ ਉਹਦੇ ਨਾਲੋਂ, ਉਸ ਪ੍ਰਭੂ ਨਾਲੋਂ, ਔਰ ਭਾਵੇਂ ਮੈਂ ਚੱਲ ਰਿਹਾ ਹਾਂ, ਮੈਨੂੰ ਤੇ ਇਸ ਜੀਵਨ ਦਾ ਸਿਰਫ ਪਤਾ ਹੈ 5, 10, 15, 20 ਸਾਲ ਹੋਏ ਚਲਦੇ ਹੋਏ। ਹਾਲਾਂਕਿ ਯਾਤਰਾ ਇਤਨੀ ਸਿਰਫ ਪੁਰਾਣੀ ਨਹੀਂ ਹੈ, ਯਾਤਰਾ ਤੇ ਆਤਮਾ ਦੀ ਕਈ ਜਨਮਾਂ ਦੀ ਹੈ। ਅਸੀਂ ਉਹ ਸਾਰੇ ਪੜਾਵ ਭੁੱਲ ਚੁੱਕੇ ਹਾਂ।
ਜਿਨ੍ਹਾਂ ਪੜਾਵਾਂ ਦੇ ਵਿੱਚ ਇਸ ਆਤਮਾ ਨੇ ਠਹਿਰਾਵ ਕੀਤਾ ਸੀ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਕੀਟ ਪਤੰਗਾ ਤੁਹਾਨੂੰ ਪਤਾ ਹੈ, ਕੀੜੇ ਪਤੰਗੇ, ਗੱਜ ਹਾਥੀ, ਮੀਨ ਮੱਛੀਆਂ, ਪਤੰਗਾ ਉੱਡਣ ਵਾਲੇ ਕੀੜੇ, ਇਹਨਾਂ ਨੂੰ ਪਤੰਗੇ ਕਹਿੰਦੇ ਹਨ। ਔਰ ਆਪ ਦੇਖਣਾ ਇਹ ਜੋ ਐਵੋਲਿਊਸ਼ਨ ਦੱਸੀ ਗਈ ਹੈ ਇੱਥੇ ਕੀੜੇ ਔਰ ਪਤੰਗਿਆਂ ਤੋਂ, ਇਸ ਤੋਂ ਵੀ ਥੱਲੇ ਦੀਆਂ ਜੋਨੀਆਂ ਜਿਨ੍ਹਾਂ ਨੂੰ ਤ੍ਰਿਗਦ ਜੋਨੀਆਂ ਕਹਿੰਦਾ ਜਾਂਦਾ ਹੈ, ਟੇਢੀਆਂ ਜੋਨੀਆਂ, ਐਸੀਆਂ ਜੋਨੀਆਂ ਵੀ ਹਨ। ਔਰ ਆਤਮਾ ਸਾਰੇ ਉਸ ਚੱਕਰ ਵਿੱਚੋਂ ਨਿਕਲ ਕੇ ਤੇ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ, ਇਹ ਦੇਹੀ ਮਿਲੀ ਹੈ। ਹੁਣ ਇਸ ਦੇਹੀ ਦਾ ਸਿਰਫ ਇੱਕੋ ਕੰਮ ਹੈ, ਰੇ ਮਨ ਰਾਮ ਸਿਉ ਕਰ ਪ੍ਰੀਤ, ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਵੇਖਣ ਵਿੱਚ ਕੀ ਆਉਂਦਾ ਹੈ ਕਿ ਕਰਨ ਵਾਲਾ ਜਿਹੜਾ ਸਿਰਫ ਕਾਰਜ ਸੀ, ਇਹਨੂੰ ਛੱਡ ਕੇ ਅਸੀਂ ਬਾਕੀ ਸਭ ਕੁਝ ਕਰ ਰਹੇ ਹਾਂ। ਇਹਨੂੰ ਮਾਇਆ ਕਿਹਾ ਗਿਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਭਾਉ ਦੂਜਾ ਦੇ ਸਿੰਪਲ ਅਰਥ ਕਿ ਜਿਹੜੇ ਸਿਮਰਨ ਤੋਂ ਤੁਹਾਨੂੰ ਤੋੜ ਦੇਣ। ਜੋ ਵਿਅਕਤੀ, ਜੋ ਵਿਚਾਰ, ਜੋ ਵਸਤੂਆਂ, ਤਿੰਨ ਵਾਵੇ ਯਾਦ ਰੱਖਣਾ, ਵਿਅਕਤੀ, ਉਹਨਾਂ ਦੀਆਂ ਵਿਚਾਰਾਂ ਜਾਂ ਆਪਣੀਆਂ ਵਿਚਾਰਾਂ ਤੇ ਵਸਤੂਆਂ, ਇਹ ਤਿੰਨ ਵਾਵੇ ਹਨ ਜਿਨ੍ਹਾਂ ਕਰਕੇ ਅਸੀਂ ਵਾਹਿਗੁਰੂ ਚੌਥੇ ਵਾਵੇ ਨਾਲੋਂ ਟੁੱਟ ਜਾਂਦੇ ਹਾਂ। ਕਿਉਂਕਿ ਇਹਨਾਂ ਤਿੰਨ ਵਾਵਿਆਂ ਦੇ ਨਾਲ ਇੱਕ ਵਾਵਾ ਵਾਸਨਾ ਦਾ ਹੋਰ ਜੁੜਿਆ ਹੋਇਆ ਹੈ। ਵਿਅਕਤੀਆਂ ਦੀਆਂ ਵਾਸਨਾਵਾਂ ਜਦੋਂ ਮਿਲਦੀਆਂ ਹਨ, ਵਾਹਿਗੁਰੂ ਨਾਲੋਂ ਇੱਕ ਵਾਵਾ ਵਿਛੋੜਾ ਆ ਜਾਂਦਾ ਹੈ। ਵਿਚਾਰਾਂ ਵਿੱਚ ਜਦੋਂ ਵਾਸਨਾਵਾਂ ਆਉਂਦੀਆਂ ਹਨ, ਵਾਹਿਗੁਰੂ ਨਾਲੋਂ ਵਿਛੋੜਾ ਆ ਜਾਂਦਾ ਹੈ। ਵਸਤੂਆਂ ਕਰਕੇ ਜਦੋਂ ਵਾਸਨਾਵਾਂ ਆਉਂਦੀਆਂ ਹਨ, ਵਾਹਿਗੁਰੂ ਨਾਲੋਂ ਵਿਛੋੜਾ ਆ ਜਾਂਦਾ ਹੈ। ਤੋ ਵਿਛੋੜੇ ਦਾ ਸਿੱਧਾ ਕਾਰਨ ਵਾਸਨਾ ਹੈ, ਜੋ ਮਾਇਆ ਵਿੱਚੋਂ ਹੀ ਪ੍ਰਗਟ ਹੋ ਰਹੀ ਹੈ। ਇਸ ਸਾਰੀ ਹਾਲਤ ਨੂੰ ਮਾਇਆ ਕਿਹਾ ਗਿਆ ਹੈ। ਦੂਜਾ ਭਾਵ ਜਿਹੜਾ ਰੱਬ ਨੂੰ ਭੁਲਾ ਦੇਵੇ, ਰੱਬ ਦੀ ਯਾਦ ਨੂੰ ਵਿਸਾਰ ਦੇਵੇ। ਅੱਜ ਵਾਵਿਆਂ ਦੀ ਗੱਲ ਇਸੇ ਕਰਕੇ ਲੈ ਰਿਹਾ ਹਾਂ, ਵਿਸਾਰ ਦੇਵੇ। ਸਤਿਗੁਰੂ ਨੇ ਇਹਦਾ ਇਲਾਜ ਦੱਸਿਆ ਹੈ, ਬੜਾ ਕਮਾਲ ਦਾ ਇਲਾਜ ਹੈ। ਬ੍ਰਹਮ ਬਿੰਦ ਹੈ, ਬੋਲੋ ਬ੍ਰਹਮ ਬਿੰਦ ਹੈ। ਬ੍ਰਹਮ ਬਿੰਦ ਦਾ ਮਤਲਬ ਕੀ ਹੈ? ਬ੍ਰਹਮ ਦੇ ਵਿੱਚ ਆਪਣੀ ਬਿਰਤੀ ਜੋੜਨੀ। ਉਹ ਬਿਰਤੀ ਜਿਹੜੀ ਅੱਜ ਵਿਅਕਤੀਆਂ ਵਿੱਚ, ਵਸਤੂਆਂ ਵਿੱਚ ਔਰ ਵਿਚਾਰਾਂ ਦੇ ਵਿੱਚ ਵਾਸਨਾ ਕਰਕੇ, ਲਗਨ ਕਰਕੇ ਰੱਬ ਨਾਲੋਂ ਵਿਛੜੀ ਹੋਈ ਹੈ, ਰੱਬ ਨੂੰ ਵਿਸਾਰ ਕੇ ਬੈਠੀ ਹੈ, ਉਹਨੂੰ ਉਸ ਵਾਹਿਗੁਰੂ ਨਾਲ ਜੋੜਨਾ। ਹੁਣ ਤੁਸੀਂ ਕਹੋਗੇ ਬਈ ਇਤਨਾ ਸੌਖਾ ਹੁੰਦਾ ਬਿਰਤੀ ਦਾ ਜੁੜਨਾ, ਤੇ ਮੈਂ ਕਦੋਂ ਦੀ ਜੋੜ ਬੈਠਾ ਹੁੰਦਾ ਬਿਰਤੀ। ਸਤਿਗੁਰੂ ਕਹਿੰਦੇ ਸੌਖਾ ਨਹੀਂ, ਆਪਣ ਲਿਆ ਜੇ ਮਿਲੇ ਵਿਛੁੜ ਕਿਉਂ ਰੋਵਨ। ਆਪਣੇ ਆਪ ਦਾ ਕੀਤਾ ਹੋਇਆ ਅਗਰ ਇਹ ਪ੍ਰਯਾਸ ਇਤਨਾ ਛੇਤੀ ਸਫਲ ਹੋ ਜਾਂਦਾ, ਤੇ ਜੀਵ ਰੱਬ ਨਾਲੋਂ ਵਿਛੜ ਕੇ ਰੋਂਦੇ ਕਿਉਂ? ਫਿਰ ਕਿਵੇਂ ਮਿਲੇਗਾ? ਸਾਧੂ ਸੰਗ ਪ੍ਰਾਪਤੇ, ਇਹ ਜੁਗਤੀ ਚਾਬੀ ਹੈ। ਔਰ ਬ੍ਰਹਮ ਬਿੰਦੇ ਨੂੰ ਪ੍ਰਾਪਤ ਕਰਨ ਲਈ ਬ੍ਰਹਮ ਨਾਲ ਡੂੰਗੀ ਸਾਂਝ ਹੀ ਨਹੀਂ, ਬਲਕਿ ਉਸ ਬ੍ਰਹਮ ਵਿੱਚ ਬਿਰਤੀ ਨੂੰ ਜੋੜਨਾ, ਔਰ ਫਿਰ ਉਸ ਬ੍ਰਹਮ ਦੇ ਵਿੱਚ ਸਤਿਗੁਰੂ ਕਹਿੰਦੇ ਆਪਣੀ ਸੁਰਤ ਨੂੰ ਟਿਕਾਈ ਰੱਖਣਾ, ਉਸ ਬ੍ਰਹਮ ਦੀ ਯਾਦ ਨਾਲੋਂ ਕਦੇ ਵਿਛੜਨਾ ਨਾ, ਐਸੀ ਲਿਵ ਲੱਗ ਜਾਣੀ
ਇਹ ਆਪਣੇ ਆਪ ਤੋਂ ਨਹੀਂ ਹੋਵੇਗਾ। ਫਿਰ ਪਾਤਸ਼ਾਹ ਕਹਿੰਦੇ ਇਹਦੇ ਲਈ ਜ਼ਰੂਰੀ ਕੀ ਹੈ? ਏਕ ਸ਼ਬਦ। ਬੋਲੋ ਏਕ ਸ਼ਬਦ। ਏਕ ਸ਼ਬਦ ਦਾ ਅਰਥ ਹੈ ਗੁਰੂ ਸ਼ਬਦ, ਗੁਰ ਉਪਦੇਸ਼। ਔਰ ਸਾਡੇ ਕੋਲ ਗੁਰ ਉਪਦੇਸ਼ ਦਾ ਸਭ ਤੋਂ ਉੱਤਮ, ਵਧੀਆ, ਸਰਲ ਔਰ ਐਕਸੈਸਿਬਲ ਜਿਹੜਾ ਸਰੋਤ ਹੈ ਉਹ ਹੈ ਗੁਰਬਾਣੀ। ਸਮਝਿਓ ਗੱਲ ਨੂੰ, ਗੁਰਬਾਣੀ। ਸਾਰੀ ਗੁਰਬਾਣੀ ਗੁਰ ਉਪਦੇਸ਼ ਹੈ, ਗੁਰ ਸ਼ਬਦ ਹੈ। ਤੋ ਗੁਰੂ ਅਮਰਦਾਸ ਜੀ ਦਾ ਅੱਜ ਦਾ ਇਹ ਸ਼ਬਦ 19ਵੀਂ ਪੌੜੀ ਹੈ ਜੀ ਸੋਰਠ ਕੀ ਵਾਰ ਦੀ। ਵਾਰ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ, ਭਾਵ ਪੌੜੀਆਂ ਸਾਰੀਆਂ ਗੁਰੂ ਰਾਮਦਾਸ ਜੀ ਦੀਆਂ, ਪਰ 2 ਸ਼ਲੋਕ ਇਹਦੇ ਨਾਲ ਜੁੜੇ ਹੋਏ ਹਨ ਤੀਸਰੇ ਪਾਤਸ਼ਾਹ ਜੀ ਦੇ। 2 ਸ਼ਲੋਕ ਤੇ 1 ਪੌੜੀ ਅੱਜ ਦਾ ਸ੍ਰੀ ਮੁਖ ਵਾਕ ਹੈ। ਤੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਹੇ ਭਾਈ, ਅਗਰ ਤੂੰ ਗੁਰਬਾਣੀ ਦਾ ਆਧਾਰ ਲੈ ਲਵੇਂ, ਗੁਰ ਸ਼ਬਦ ਨੂੰ ਤੂੰ ਅਗਰ ਆਪਣੇ ਜੀਵਨ ਵਿੱਚ ਆਸਰਾ ਬਣਾ ਲਵੇਂ, ਔਰ ਏਕ ਨਾਲ ਜੋੜਿਆ ਹੈ। ਏਕ ਦਾ ਮਤਲਬ ਹੈ ਸਿਰਫ, ਕੇਵਲ, ਕੇਵਲ ਗੁਰੂ ਸ਼ਬਦ, ਬਸ, ਇਸ ਤੋਂ ਵੱਧ ਨਹੀਂ, ਇਸ ਤੋਂ ਅੱਗੇ ਪਿੱਛੇ ਤੇਰੀ ਸੁਰਤ ਨਾ ਜਾਵੇ। ਕੇਵਲ ਗੁਰੂ ਸ਼ਬਦ ਵਿੱਚ ਅਗਰ ਤੂੰ ਬਿਰਤੀ ਜੋੜ ਕੇ ਉਸ ਬ੍ਰਹਮ ਨੂੰ ਪਛਾਣੇ ਤਾਂ ਤੇਰਾ ਜੋ ਬ੍ਰਹਮਤ ਹੈ, ਬ੍ਰਹਮਤ, ਇਹਨੂੰ ਕਹਿੰਦੇ ਬ੍ਰਹਮਪੁਣਾ, ਬ੍ਰਾਹਮਣ ਵਾਲੇ ਜਿਹੜੇ ਗੁਣ ਹਨ। ਔਰ ਬਾਣੀ ਬ੍ਰਾਹਮਣ ਕਿਹਨੂੰ ਕਹਿੰਦੀ ਹੈ? 4 ਵਰਣਾਂ ਵਿੱਚੋਂ ਜਿਸਨੇ ਆਪਣੇ ਆਪ ਨੂੰ ਬ੍ਰਾਹਮਣ ਖਵਾ ਲਿਆ ਉਹਨੂੰ ਨਹੀਂ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਿਹੜਾ ਬ੍ਰਹਮ ਨੂੰ ਬਿੰਦਦਾ ਹੈ, ਜਿਹੜਾ ਉਸ ਪਰਮਾਤਮਾ ਨੂੰ ਪਛਾਣਦਾ ਹੈ, ਉਸ ਨੂੰ ਬਾਣੀ ਬ੍ਰਾਹਮਣ ਕਹਿੰਦੀ ਹੈ। ਇਸੇ ਤਰ੍ਹਾਂ 4 ਵਰਣਾਂ ਦੀ ਸਤਿਗੁਰੂ ਨੇ ਆਪਣੀ ਵਿਆਖਿਆ ਕੀਤੀ ਹੈ। ਇੱਕ ਹੋਰ ਰੱਖਦੇ ਹਾਂ, ਖੱਤਰੀ ਸੋ ਜੋ ਕਰਮਾ ਕਾ ਸੂਰ, ਪਿੰਡ ਦਾਨ ਕਾ ਕਰੇ ਸ਼ਰੀਰ। ਉਹਨੂੰ ਖੱਤਰੀ ਕਿਹਾ ਗਿਆ ਹੈ। ਉਸ ਪਾਸੇ ਨਾ ਜਾਵਾਂ। ਬ੍ਰਹਮ ਬਿੰਦ ਹੈ, ਜਿਹੜਾ ਬ੍ਰਹਮ ਨੂੰ ਪਛਾਣਦਾ ਹੈ, ਬ੍ਰਹਮ ਨਾਲ ਡੂੰਘੀ ਸਾਂਝ ਪਾਉਂਦਾ ਹੈ। ਪਰ ਡੂੰਘੀ ਸਾਂਝ ਪਾਉਣ ਲਈ ਉਹਦੇ ਕੋਲ ਜੋ ਸਾਧਨ ਹੈ ਉਹ ਆਪਣਾ ਕੋਈ ਸਾਧਨ ਨਹੀਂ ਹੈ, ਉਹ ਹੈ ਕੇਵਲ ਗੁਰੂ ਸ਼ਬਦ, ਕੇਵਲ ਗੁਰਬਾਣੀ। ਇਹਦਾ ਅਰਥ ਕੀ ਹੋਇਆ? ਤੁਸੀਂ ਅਗਰ ਰੱਬ ਦੇ ਨਾਲ ਡੂੰਘੀ ਸਾਂਝ ਪਾਣੀ ਹੈ ਤੇ ਤੁਹਾਨੂੰ ਪਹਿਲੇ ਗੁਰਬਾਣੀ ਨਾਲ ਡੂੰਘੀ ਸਾਂਝ ਪਾਣੀ ਪਵੇਗੀ। ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਕ ਵਾਰ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰਬਾਣੀ ਗੁਰੂ ਹੈ ਜਿਹਦਾ ਸਰੀਰ ਗ੍ਰੰਥ ਹੈ। ਇਹ ਗੱਲ ਯਾਦ ਰੱਖਣਾ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਪਰ ਜੋ ਪ੍ਰਭ ਕੋ ਮਿਲਬੋ ਚਾਹੈ, ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੈ। ਕਈ ਲੋਕ ਮਿਲਬੋ ਚਾਹੈ ਪੜ੍ਹਦੇ ਹਨ ਇਹਨੂੰ। ਇਹਦਾ ਉਚਾਰਨ ਕਈ ਵਾਰ ਮੈਂ ਦੇਖਿਆ ਦਾੜੀਆਂ ਸਫੇਦ ਹੋ ਗਈਆਂ, ਪਰ ਸਿੱਖਾਂ ਨੂੰ ਉਚਾਰਨ ਹੀ ਨਹੀਂ ਆਇਆ। ਉਚਾਰਨ ਹੈ ਜੋ, ਬੋਲੋ, ਜੋ ਪ੍ਰਭ ਕਉ ਮਿਲਬੋ ਚਾਹੈ। ਜੋ ਪ੍ਰਭੂ ਨੂੰ ਮਿਲਬੋ ਮੀਨਸ ਮਿਲਣਾ ਚਾਹੁੰਦਾ ਹੈ, ਮਿਲਬੋ ਚਾਹੈ। ਮਿਲ ਬੋ ਚਾਹੈ ਨਹੀਂ ਪੜ੍ਹਨਾ ਇਹਨੂੰ, ਮਿਲਬੋ ਚਾਹੈ। ਉਹਨੂੰ ਕਰਨਾ ਕੀ ਪਵੇਗਾ? ਖੋਜ ਸ਼ਬਦ ਮੈਂ ਲੇਹ, ਏਕ ਸ਼ਬਦ ਲਿਵ ਲਾਏ। ਉਹਨੂੰ ਸ਼ਬਦ ਵਿੱਚ ਖੋਜਣਾ ਪਵੇਗਾ। ਉਹਨੂੰ ਸ਼ਬਦ ਰਾਹੀਂ ਰੱਬ ਦਾ ਗਿਆਨ ਪ੍ਰਾਪਤ ਹੋਏਗਾ। ਇਹਨੂੰ ਕਹਿੰਦੇ ਗੁਰ ਪ੍ਰਸਾਦ। ਗੁਰ ਪ੍ਰਸਾਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੁਹਾਡੇ ਉੱਤੇ ਹੋ ਰਹੀ ਹੈ। ਇਹਦੀ ਨਿਸ਼ਾਨੀ ਕੀ ਹੈ? ਤੁਹਾਡਾ ਗੁਰਬਾਣੀ ਦਾ ਨੇਮ, ਗੁਰਬਾਣੀ ਦਾ ਪ੍ਰੇਮ, ਇਹਨਾਂ ਦੋਨਾਂ ਵਿੱਚ ਵਾਧਾ ਹੋਏਗਾ। ਤੁਹਾਡਾ ਗੁਰਬਾਣੀ ਦਾ ਵਿਚਾਰ ਤੇ ਗੁਰਬਾਣੀ ਦਾ ਆਚਾਰ ਇਹ ਜੀਵਨ ਵਿੱਚ ਬਣਨ ਲੱਗ ਪਵੇਗਾ। ਇਹ ਕਿਰਪਾ ਦੀ ਨਿਸ਼ਾਨੀ ਹੈ।
कि किसी दे उत्ते गुरु की किरपा हो रही है। फिर समझ लेना, गुरबाणी का नेम ते गुरबाणी का प्रेम ये दोवें वधणगे। नेम अगर बद्दा चट्टी है, प्रेम नाल नहीं है, फिर हले किरपा दे बारे सोचो भी ना। तुसी सोचण इन द सेंस कि ये ना सोचो कि मैनू किरपा मिल गई है। बद्दा चट्टी अगर एक चीज़ हो रही है, हाँ सेती खुशी है, अंदरों मन जागदा है। बाणी पढ़न वास्ते मन शरीर नू जगांदा है। ये बड़ी गहरी एक विचार है जी, समझना इनू। अमूमन होंदा की है, साडा शरीर जाग पैंदा, अखां ते खुल पैंदियां हन, पर मन नहीं करदा बाणी पढ़न दा, मन नहीं करदा उठण दा। शरीर जाग पिया है, अखां खुल गईयां हन, नहीं। जदों विपरीत हो जाए इस तो पहले मन जागे, मन शरीर नू उठाए, मन शरीर नू प्रेरणा देवे, मन शरीर नू जगावे। मन का अर्थ की अंदर दी विचार, अंदर दा प्रेम। मन का अर्थ इत्थे प्रेम लेना, भाव लेना है ना, मन का ते पॉजिटिव लेना है। अंदर दा प्रेम तुहाडे शरीर नू अगर चलाएगा, प्रेम करके चलण वाला शरीर कदी थकेगा नहीं, कदी अकेगा नहीं। तुसी ऐसे सेवक गुरु घर दे वेखे होणगे, लगातार सेवा करते हैं, कदी थकते नहीं, कदी अकदे नहीं। कारण उन्हां दा मन उन्हां नू चला रहा है। अंदर मन का वो भाव जिन्हों प्रेम कहते हैं। उंज भी तुसी वेखो, जिथे प्रेम है उत्थे तुहानू कदी भी खिज महसूस नहीं होएगी, कदी तुहानू थकान महसूस नहीं होएगी। बल्कि जिवें एक थकी हुई माँ होवे, सारे दिन की थकी हुई, ते बच्चा घर परत्या है, वापस आया है, अपनी सारी थकान पासे रख के महसूस नहीं होएगी। प्रेम कदी थकान महसूस नहीं होने देवेगा। अपने बच्चे नूं लाड़ लदाउंदी है, भांत भांत दे नाल उहदी सेवा करती है। इते तुसी सारिਆਂ ने महसूस किया होएगा अपने जीवन विच। इत्थों अंदाज़ा लाना, और ये हले दुनियावी प्रेम है जिन्हों मोह कहते हैं असी। अगर मोह विच इतनी ताकत है कि वह थकान नहीं महसूस होने देंदा, काम विच बड़ी ताकत है, वह थकान नहीं महसूस होने देंदा। भावें जदों काम की वासना पूरी हो जावे, फिर मनुख शरीर करके उठे भी ना, पर जदों तक काम जाग रहा है, वह मनुखी शरीर नूं चलाउंदा रहेगा। क्रोध, लोभ, लोभ देख लेना, शरीर थक गया है, पर बंदा हट्टी तो नहीं उठता, दुकान तो नहीं उठता, भाई थोड़ी देर होर बह जावां, की पता कुछ होर मिल जाए। ये लोभ है। मोह, हंकार, ये विकार हैं। अगर ये विकार जिन्हों असी अपना साथी समझ के बैठे हुए हाँ, ये सानू चलाउंदे हन, ते इन्हां दे कारण सानू थकान महसूस नहीं होंदी, फिर सोचना एक प्रेम करन वाला जिहड़ा रब नाल प्रेम कर रहा है, उहनूं ते थकान दी विचार तक नहीं आवेगी। ना वो थकदा है ते ना वो अकदा है। इसलिए याद रखना, गुरु नानक दी किरपा तुहाडे उत्ते हो रही है। ये दो सरल निशानियां दसियां हन। नेम और प्रेम दोवें कायम रहणगे, बल्कि वधणगे। गुरबाणी दा नेम ते गुरबाणी दा प्रेम वधी जाएगा। दिनों दिन तुहाडा ग्राफ ऊपर जाएगा, थल्ले नहीं आएगा कदी। दूसरा आचार और विचार। विचार और आचार आख देवां, गुरबाणी दी विचार भी वधेगी ते गुरबाणी वाला आचार मीनस आचरण, रौ रीत जीवन दी, इनू कहंदे जीवन जाच, ये भी वधेगी। तुसी हर चीज़ गुरबाणी दे मुताबिक करनी शुरू कर दिओगे। इस तरह जाके एक प्लेटफॉर्म तैयार होएगा। इस तो पहले नहीं हो सकता साडे कोल, क्योंकि जुगत दी घाट है। और गुरबाणी विचार तो और कमाई वालियां दी संगत चो सानू जुगतियां ही तो लैणियां हन कि बई आखिर प्रॉब्लम कित्थे है, समस्या कित्थे है कि मैं अगे नहीं वध पा रहा। ये विचार आई सी हुणे,
ਕਿ ਮਨੁੱਖ ਦੇ ਮਨ ਵਿੱਚ ਚਿੰਤਾ ਔਰ ਸੰਸਾ ਦੋਨੋਂ ਆ ਜਾਂਦੇ ਹਨ। 20 ਸਾਲ ਹੋ ਗਏ ਜੀ ਗੁਰਦੁਆਰੇ ਆਂਦੇ, ਬਾਣੀ ਪੜ੍ਹਦੇ ਹੋਏ, ਲੇਕਿਨ ਹਲੇ ਤੱਕ ਉਹ ਖੇਡ ਨਹੀਂ ਬਣੀ ਜੀਵਨ ਵਿੱਚ। ਕਾਰਨ ਕੀ ਸੀ? ਚੱਲ ਤੇ ਰਿਹਾ ਸੀ, ਲੇਕਿਨ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਕੋਲੂ ਦਾ ਬੈਲ ਚੱਲਦਾ ਹੈ ਨਾ, ਇਸ ਤਰ੍ਹਾਂ ਚੱਲ ਰਿਹਾ ਸੀ। ਅੱਖਾਂ ਤੇ ਪੱਟੀ ਤੇ ਇੱਕੋ ਥਾਂ ਤੇ ਗੋਲ 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 ਚੱਲੇ। ਸਾਰੀ ਜ਼ਿੰਦਗੀ ਕੋਲੂ ਦਾ ਬੈਲ ਚੱਲਦਾ ਹੈ, ਪਰ ਪਹੁੰਚਦਾ ਕਿਧਰੇ ਨਹੀਂ। ਪ੍ਰਮਾਣ ਦੇਵਾਂਗਾ, ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲਿਓ। ਤੇਲੀ ਦਾ ਬੈਲ ਇਹ ਸੋਚਦਾ ਹੈ ਮੈਂ ਪਤਾ ਨਹੀਂ ਕਿਤਨੇ ਕੋਹ ਦੂਰ ਨਿਕਲ ਆਇਆ ਹਾਂ। ਨੈਣ ਉਘਰਤ, ਅੱਖਾਂ ਤੋਂ ਜਦ ਪੱਟੀ ਉਤਰਦੀ ਹੈ, ਵਹੀ ਠਾਓ ਹੀ ਠਿਕਾਨੋ ਹੈ, ਉਹੀ ਥਾਂ ਤੇ ਟਿਕਾਣਾ, ਪਹੁੰਚਿਆ ਕਿਧਰੇ ਵੀ ਨਹੀਂ। ਬਿਨਾਂ ਜੁਗਤੀ ਦੇ, ਬਿਨਾਂ ਗੁਰੂ ਦੀ ਵਿਚਾਰ ਦੇ, ਗੁਰਬਾਣੀ ਵਿਚਾਰ ਦੇ, ਕਮਾਈ ਵਾਲਿਆਂ ਦੀ ਸੰਗਤ ਕੀਤੇ ਬਿਨਾਂ ਜੇ ਤੁਸੀਂ ਅਗਰ ਯਤਨ ਕਰੋਗੇ ਵੀ, ਤੇ ਬਹੁਤੀ ਵਾਰ ਇਹ ਯਤਨ ਇੰਜ ਹੋਣਗੇ, ਕਿਉਂਕਿ ਅਗਿਆਨਤਾ ਦੀ, ਬੇਸਮਝੀ ਦੀ ਪੱਟੀ ਅੱਖ ਦੇ ਉੱਤੇ ਹੈ। ਇੱਕੋ ਥਾਂ ਤੇ ਤੁਸੀਂ ਚੱਲੀ ਜਾਓਗੇ, ਚੱਲਣ ਵਿੱਚ ਤੁਹਾਡੇ ਘਾਟ ਨਹੀਂ ਹੈ। ਚੱਲ ਰਹੇ ਹਾਂ ਸ਼ਿੱਦਤ ਨਾਲ, ਪਰ ਪਹੁੰਚ ਕਿਧਰੇ ਵੀ ਨਹੀਂ ਰਹੇ। ਕਾਰਨ ਉੱਥੇ ਹੀ ਗੋਲ 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 ਜਿਵੇਂ ਘੁੰਮਦਾ ਹੈ ਬੈਲ। ਇਹ ਬੜੀ ਕਮਾਲ ਦੀ ਉਦਾਹਰਣ ਦਿੱਤੀ ਹੈ ਭਾਈ ਗੁਰਦਾਸ ਜੀ ਨੇ। ਇਸ ਲਈ ਸਤਿਗੁਰੂ ਕਹਿੰਦੇ ਭਾਈ ਅੱਖਾਂ ਤੋਂ ਪੱਟੀ ਉਤਾਰ, ਇਹ ਉਤਰੇਗੀ ਏਕ ਸ਼ਬਦ ਲਿਵ ਲਾਏ। ਜਦੋਂ ਗੁਰੂ ਦੇ ਸ਼ਬਦ ਵਿੱਚ ਬਿਰਤੀ ਜੋੜ ਕੇ ਜੇ ਮਨੁੱਖ ਉਸ ਬ੍ਰਹਮ ਨੂੰ ਪਛਾਣੇਗਾ, ਉਸ ਦਾ ਬ੍ਰਹਮਪੁਣਾ, ਇੱਥੇ ਮੈਂ ਇਹਦੇ ਅਰਥ ਲਵਾਂਗਾ ਉਹਦੀ ਭਗਤੀ ਕਾਇਮ ਰਹੇਗੀ। ਬ੍ਰਹਮਪੁਣਾ ਦੇ ਮੈਂ ਬੜੇ ਸਰਲ ਅਰਥ ਕਰ ਰਿਹਾ ਹਾਂ ਜਿਹੜੇ ਸਭ ਨੂੰ ਸਮਝ ਆ ਜਾਣ। ਉਹਦੀ ਭਗਤੀ ਕਾਇਮ ਰਹੇਗੀ। ਹੁਣ ਇਸ ਭਗਤੀ ਦੇ ਰਸਤੇ ਦੇ ਉੱਤੇ ਤੁਰਦੇ 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 ਕੁਝ ਪ੍ਰਾਪਤੀਆਂ ਦਾ ਜ਼ਿਕਰ ਵੀ ਗੁਰੂ ਅਮਰਦਾਸ ਜੀ ਕਰਦੇ ਹਨ, ਹਾਲਾਂਕਿ ਉਹ ਮੰਜ਼ਿਲ ਨਹੀਂ ਹੈ। ਨਵ ਨਿਧੀ 18 ਸਿੱਧੀ, ਪਿੱਛੇ ਲਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਮਨੁੱਖ ਇਸ ਤਰ੍ਹਾਂ ਹਰੀ ਨੂੰ, ਰੱਬ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਏਗਾ। ਹਿਰਦਾ ਜੋ ਹੈ ਨਾ ਜੀ, ਇਹ ਸੂਚਕ ਹੈ ਪ੍ਰੇਮ ਦਾ। ਪ੍ਰੇਮ ਦਿਮਾਗ ਤੋਂ ਨਹੀਂ ਹੁੰਦਾ, ਕਦੀ ਦਿਲ ਤੋਂ ਹੁੰਦਾ ਹੈ, ਔਰ ਦਿਲ ਨੂੰ ਹੀ ਹਿਰਦਾ ਅਸੀਂ ਕਹਿੰਦੇ ਹਾਂ। ਵੈਸੇ ਭਗਤੀ ਦੇ ਮੁਤਾਬਕ ਇਹ ਜੋ ਅੰਦਰ ਸੀਨੇ ਵਿੱਚ ਦਿਲ ਧੜਕ ਰਿਹਾ ਹੈ ਨਾ, ਸਿਰਫ ਇਹ ਹਿਰਦਾ ਨਹੀਂ ਹੈ। ਹਿਰਦਾ ਵੀ ਇੱਕ ਅਵਸਥਾ ਹੈ। ਜਦੋਂ ਪ੍ਰੇਮ ਹੀ ਪ੍ਰੇਮ ਤੁਹਾਡੇ ਅੰਦਰ ਆ ਗਿਆ ਹੈ, ਅਸੀਂ ਕਹਿੰਦੇ ਹਾਂ ਕਿ ਇਹ ਹੁਣ ਵਾਹਿਗੁਰੂ ਨੂੰ ਹਿਰਦੇ ਤੋਂ ਗਾਣ ਲੱਗ ਪਿਆ ਹੈ। ਤੁਸੀਂ ਜ਼ਰੂਰ ਵੇਖਣਾ, ਇਹੀ ਜੁਗਤੀਆਂ ਸਮਝਣੀਆਂ ਹਨ। ਇੱਕ ਸਮਾਂ ਹੈ ਅਸੀਂ ਜੀਭ ਨਾਲ ਲਗਾਉਂਦੇ ਹਾਂ, ਔਰ ਉਸ ਗਾਣ ਵਿੱਚ ਸਾਡੇ ਕੰਨ ਵੀ ਨਹੀਂ ਹੁੰਦੇ ਸ਼ਾਮਲ। ਗਾਈ ਜਾ ਰਹੇ ਹਾਂ, ਕੰਨ ਕਿਧਰੇ ਹੋਰ ਕੁਝ ਸੁਣਦੇ ਪਏ ਹਨ, ਅਸੀਂ ਗਾ ਰਹੇ ਹਾਂ। ਬਹੁਤੇ ਲੋਕ ਤਹੇ ਜ਼ਿੰਦਗੀ ਐਸਾ ਹੀ ਪਾਠ ਕਰਦੇ ਹਨ। ਕਈਆਂ ਨੂੰ ਕਿਰਪਾ ਹੋ ਜਾਂਦੀ ਹੈ, ਉਹ ਜੋ ਬਾਣੀ ਪੜ੍ਹਦੇ ਹਨ ਉਹਨਾਂ ਦੇ ਕੰਨ ਸੁਣਨ ਲੱਗ ਪੈਂਦੇ ਹਨ। ਕਈਆਂ ਤੇ ਹੋਰ ਕਿਰਪਾ ਹੋਈ, ਉਹਨਾਂ ਦਾ ਮਨ ਸੁਣਨ ਲੱਗ ਪਿਆ। ਔਰ ਅਗਰ ਮਨ ਸੁਣ ਲਵੇਗਾ ਤੇ ਸਮਝ ਲੈਣਾ ਤੁਸੀਂ ਵੱਡੇ ਭਾਗਾਂ ਵਾਲੇ ਹੋ, ਕਿਉਂਕਿ ਮਨ ਨਹੀਂ ਸੁਣਦਾ। ਔਰ ਸਾਰੀ ਬਾਣੀ ਮਨ ਨੂੰ ਸੰਬੋਧਨ ਹੈ। ਇਹ ਮਨ ਪਿਆਰਿਆ, ਇਹ ਮਨ ਮੇਰਿਆ, ਮਨ ਸੰਬੋਧਨ ਕਾਰਕ 'ਚ ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ 'ਚ ਆਇਆ ਹੈ। ਜਪ ਮਨ ਸਤਨਾਮ ਸਦਾ ਸਤਨਾਮ। ਕਿਹਨੂੰ ਕਹਿ ਰਹੇ ਨੇ? ਮਨ ਨੂੰ। ਮਨ ਮੇਰੇ ਭੂਲੇ ਕਪਟ ਨਾ ਕੀਜੈ। ਕਿਤਨੀਆਂ ਪੰਕਤੀਆਂ ਤੁਹਾਨੂੰ ਮਿਲ ਜਾਣਗੀਆਂ, ਪਰ ਮਤ ਸਮਝ ਲੈਣਾ ਕਿ ਇੱਥੇ ਕੋਈ ਪ੍ਰਾਪਤੀ ਹੋ ਜਾਏਗੀ। ਇਹ ਸਿਰਫ ਪੌੜੀ ਚੜ੍ਹੇ ਹੋ। ਔਰ ਬਹੁਤੀ ਵਾਰ ਸਾਡਾ ਮਨ ਸਾਨੂੰ ਪਤਾ ਹੈ ਕਿਵੇਂ ਮੂਰਖ ਬਣਾਉਂਦਾ ਹੈ, ਬਈ ਮੈਂ ਸੁਣਦਾ ਪਿਆ ਹਾਂ ਸਭ ਕੁਝ। ਪਰ ਜਦੋਂ ਤੁਸੀਂ ਉਹਨੂੰ ਕਹੋਗੇ ਨਾ ਭਾਈ ਮਨ ਵੀ ਲੈ, ਉਦੋਂ ਦੌੜੇਗਾ ਉਧਰੋਂ। ਮੰਨਣ ਵੇਲੇ ਉੱਥੇ ਨਹੀਂ ਆਏਗਾ, ਸੁਣਨ ਵੇਲੇ ਇਕਾਗਰ ਹੋ ਕੇ ਸੁਣੇਗਾ, ਪਰ ਮੰਨਣ ਵੇਲੇ ਦੌੜ ਜਾਏਗਾ। ਇਸ ਲਈ ਕਿਰਪਾ ਦੀ ਅਗਲੀ ਪੌੜੀ ਹੈ ਜਦੋਂ ਤੁਹਾਡਾ ਮਨ ਮੰਨਣ ਲੱਗ ਪਵੇ। ਮੰਨ ਰਿਹਾ ਹੈ ਤੁਹਾਡਾ ਮਨ, ਐਸਾ ਨਹੀਂ ਮੰਨਦਾ, ਪਰ ਕਿਵੇਂ ਮੰਨਦਾ ਹੈ ਇਹ ਵੀ ਦੱਸਿਆ ਗਿਆ। ਇਤਨੀ ਕੁ ਢਿੱਲ ਤੁਹਾਡੇ ਮਨ ਨੂੰ ਮਾਇਆ ਨੇ ਦਿੱਤੀ ਹੋਈ ਹੈ ਕਿ ਗੁਰਦੁਆਰੇ ਚਲਾ ਜਾ, ਰੋਜ਼ ਥੋੜ੍ਹਾ ਬਹੁਤ ਸੁਣ ਕਥਾ ਕੀਰਤਨ, ਘਰ ਵਾਪਸ ਆ ਜਾ, ਪਰ
ਜਦੋਂ ਬਿਲਕੁਲ ਗੁਰੂ ਦੇ ਉਪਦੇਸ਼ ਨੂੰ ਐਜ਼ ਇਟ ਇਜ਼ ਮੰਨਣ ਦੀ ਗੱਲ ਆਏਗੀ, ਫਿਰ ਮਨ ਇਜਾਜ਼ਤ ਨਹੀਂ ਦਿੰਦਾ, ਉੱਥੇ ਰੁਕ ਜਾਂਦਾ ਹੈ। ਮਾਇਆ ਨੇ ਜਿਤਨੀ ਢਿੱਲ ਦਿੱਤੀ ਹੋਈ ਸੀ ਨਾ, ਫਿਰ ਉਹ ਮੁੱਕ ਜਾਂਦੀ ਹੈ। ਇਹਨੂੰ ਮੈਂ ਕਈ ਵਾਰ ਆਪ ਨਾਲ ਸਾਂਝਾ ਕੀਤਾ, ਜਿਵੇਂ ਮੈਨੂੰ ਸਮਝ ਆਈ ਸੀ। ਕਿਸੇ ਬੰਦੇ ਨੇ ਆਪਣੇ ਘਰ ਦੇ ਵਿੱਚ ਨਾ ਇੱਕ ਤੋਤਾ ਪਾਲ ਲਿਆ, ਤੇ ਉਹਨੇ ਤੋਤੇ ਨੂੰ ਕਿਹਾ, ਭਾਈ ਮੈਂ ਤੈਨੂੰ ਪਿੰਜਰੇ ਵਿੱਚ ਨਹੀਂ ਡੱਕਾਂਗਾ, ਤੂੰ ਜਿੰਨਾ ਮਰਜ਼ੀ ਉੱਡ, ਪਰ ਯਾਦ ਰੱਖੀ ਕੋਸ਼ਿਸ਼ ਕਰੀ ਘਰੋਂ ਬਾਹਰ ਨਾ ਜਾਵੀਂ। ਤੋਤੇ ਨੇ ਕਿਹਾ, ਸਤ ਬਚਨ ਮੇਰੇ ਲਈ ਹੋਰ ਕੀ ਚਾਹੀਦਾ ਹੈ, ਤੂੰ ਮੈਨੂੰ ਪਿੰਜਰੇ 'ਚ ਨਹੀਂ ਪਿਆ ਡੱਕਦਾ। ਉਹਨੇ ਪਿੰਜਰਾ ਟੰਗਿਆ ਹੋਇਆ ਵੀ ਉਹ ਪਿੰਜਰਾ ਪਿਆ, ਜਿਸ ਦਿਨ ਇੱਧਰੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਪਿੰਜਰੇ 'ਤੇ ਚਲਾ ਜਾਏਗਾ। ਤੇ ਉਹ ਚਤੁਰ ਸੀ ਬੰਦਾ, ਉਹਨੂੰ ਪਤਾ ਸੀ ਤੋਤਾ ਕਦੀ ਨਾ ਕਦੀ ਤੇ ਆਪਣੀ ਆਜ਼ਾਦੀ ਵਾਸਤੇ ਉੱਡੇਗਾ ਇੱਧਰੋਂ। ਉਹਨੇ ਕੀ ਕੀਤਾ, ਇੱਕ ਲੰਮੀ ਸਾਰੀ ਡੋਰ, ਪੱਕੀ ਜਿਹੀ ਡੋਰ ਤੋਤੇ ਦੇ ਪੈਰ ਨਾਲ ਬੰਨ੍ਹ ਦਿੱਤੀ, ਪੰਜੇ ਨਾਲ। ਉਹ ਐਸੀ ਸੀ ਜਿਹੜੀ ਮਤਲਬ ਨਜ਼ਰ ਨਹੀਂ ਸੀ ਆਉਂਦੀ, ਪਰ ਮਜ਼ਬੂਤ ਬੜੀ ਸੀ। ਔਰ ਉਹਦਾ ਦੂਸਰਾ ਹਿੱਸਾ ਪੇੜ ਦੀ ਟਾਹਣੀ ਦੇ ਨਾਲ ਬੰਨ੍ਹ ਦਿੱਤਾ, ਪੇੜ ਦੀ ਡਾਲੀ ਨਾਲ। ਤੋਤੇ ਨੂੰ ਆਖ ਦਿੱਤਾ, ਤੂੰ ਆਜ਼ਾਦ ਹੈ ਭਾਈ। ਤੋਤਾ ਬੜਾ ਖੁਸ਼, ਮੈਂ ਆਜ਼ਾਦ ਹਾਂ, ਦੇਖੋ ਮੇਰੇ ਮਾਲਕ ਨੇ ਮੈਨੂੰ ਪਿੰਜਰੇ 'ਚ ਬੰਦ ਨਹੀਂ ਕੀਤਾ। ਇੱਕ ਦਿਨ ਉਹਨੇ ਸੋਚਿਆ, ਮਾਲਕ ਗਿਆ ਸੀ ਕਿਧਰੇ, ਕਿ ਘਰ ਦੀ ਚਾਰ ਦੀਵਾਰੀ ਤੋਂ ਪਰੇ ਤੇ ਦੇਖਾਂ ਕੀ ਹੈ। ਉਹਨੇ ਕੋਸ਼ਿਸ਼ ਕੀਤੀ ਤੇ ਉਹ ਡੋਰ ਮੁੱਕ ਗਈ। ਉਹ ਦਿਨ ਸਮਝ ਆਇਆ, ਆਜ਼ਾਦੀ ਤੇ ਸੀ ਭਾਵੇਂ, ਪਰ ਇਤਨੀ ਕੁ ਸੀ ਕਿ ਉਸਨੇ ਮੈਨੂੰ ਇਤਨੀ ਕੁ ਢਿੱਲ ਦਿੱਤੀ ਹੋਈ ਸੀ ਕਿ ਇਸ ਚਾਰ ਦੀਵਾਰੀ ਤੋਂ ਅੱਗੇ ਮੈਂ ਨਾ ਜਾ ਸਕਾਂ। ਮਾਇਆ ਸਾਨੂੰ ਬਿਲਕੁਲ ਇਸੇ ਤਰ੍ਹਾਂ ਆਜ਼ਾਦੀ ਦਿੰਦੀ ਹੈ। ਵੇਖਣ ਵਿੱਚ ਅਸੀਂ ਸੁਤੰਤਰ ਲੱਗ ਰਹੇ ਹਾਂ ਬਿਲਕੁਲ, ਪਰ ਖਿਮਾ ਕਰਨਾ, ਕੌਣ ਹੈ ਜਿਹੜਾ ਮੋਹ ਦੀ ਡੋਰ ਨਾਲ ਨਹੀਂ ਬੰਨਿਆ ਹੋਇਆ? ਪੁੱਛ ਕੇ ਵੇਖੋ ਆਪਣੇ ਆਪ ਨੂੰ, ਕੌਣ ਹੈ ਜਿਹੜਾ ਲੋਭ ਨਾਲ, ਹੰਕਾਰ ਨਾਲ, ਕਾਮ ਨਾਲ, ਕ੍ਰੋਧ ਨਾਲ, ਇਹਨਾਂ ਰੱਸੀਆਂ ਦੇ ਨਾਲ ਨਹੀਂ ਬੰਨਿਆ ਹੋਇਆ? ਅਸੀਂ ਸਾਰੇ ਬੰਨੇ ਹੋਏ ਹਾਂ। ਦਿਸਦੀਆਂ ਨਹੀਂ ਇਹ ਡੋਰਾਂ, ਯਾਦ ਰੱਖਣਾ। ਇਹਨੂੰ ਜੇਵਰੀ ਕਿਹਾ ਹੈ ਬਾਣੀ ਨੇ, ਸਿਲਕ ਕਿਹਾ ਹੈ। ਬਾਣੀ 'ਚ ਇੱਕ ਸ਼ਬਦ ਸਿਲਕ ਆਂਦਾ ਹੈ, ਕਾਟੀ ਸਿਲਕ। ਜੇਵਰੀ ਕਿਹਾ ਹੈ ਰੱਸੀ। ਬੰਧਨ ਸ਼ਬਦ ਤੇ ਕਿਤਨੀ ਵਾਰ ਆਇਆ ਹੈ, ਪਰ ਬੰਧਨ ਤਾਂ ਨਹੀਂ ਕਿਹਾ ਕਿਉਂਕਿ ਰੱਸੀ ਨੇ ਸਾਨੂੰ ਬੰਨਿਆ ਨਹੀਂ ਹੋਇਆ, ਇਸ ਲਈ ਇੱਥੇ ਜੇਵਰੀ ਔਰ ਸਿਲਕ ਇਹ ਸ਼ਬਦ ਵਰਤੇ ਗਏ ਹਨ ਬਾਣੀ ਵਿੱਚ। ਜਦੋਂ ਇਸ ਸੈਂਸ 'ਚ ਗੱਲ ਆਵੇ, ਸ਼ਬਦ ਆਣ ਤੇ ਸਮਝ ਲੈਣਾ, ਇੱਥੇ ਉਸ ਅਦ੍ਰਿਸ਼ਟ ਡੋਰ ਦੀ ਗੱਲ ਹੋ ਰਹੀ ਹੈ ਜਿਹਨੇ ਸਾਡੀ ਸੁਰਤ ਨੂੰ ਬੰਨਿਆ ਹੋਇਆ ਹੈ। ਜਾ ਹੀ ਨਹੀਂ ਸਕਦੀ ਸਾਡੀ ਸੁਰਤ ਬਾਹਰ। ਜਰਾ ਜਿਹਾ ਕੋਸ਼ਿਸ਼ ਕਰੋ ਤੁਸੀਂ, ਵੇਖੋ ਕਿਵੇਂ ਤੁਹਾਨੂੰ ਮਾਇਆ ਉਸ ਪਿੰਜਰੇ ਵਿੱਚ ਬੰਦ ਕਰੇਗੀ ਵਾਪਸ। ਕਈ ਦਿਨ ਤੁਸੀਂ ਗੁਰਬਾਣੀ ਨਾਲ ਨਹੀਂ ਜੁੜ ਪਾਓਗੇ, ਕਈ ਦਿਨ ਤੁਸੀਂ ਗੁਰੂ ਘਰ ਨਹੀਂ ਆ ਪਾਓਗੇ, ਕਈ ਦਿਨ ਤੱਕ ਤੁਸੀਂ ਸੇਵਾ ਸਿਮਰਨ ਨਹੀਂ ਕਰ ਪਾਓਗੇ। ਕਿਉਂ? ਹੁਣ ਮਾਇਆ ਨੇ ਤੁਹਾਨੂੰ ਪਿੰਜਰੇ 'ਚ ਬੰਦ ਕਰ ਦਿੱਤਾ। ਤੈਨੂੰ ਕਿਹਾ ਸੀ ਨਾ, ਜਿਤਨੀ ਢਿੱਲ ਤੈਨੂੰ ਦਿੱਤੀ ਹੈ ਉਸ ਤੋਂ ਅੱਗੇ ਨਹੀਂ ਤੂੰ ਜਾਣਾ। ਤੂੰ ਯਤਨ ਕਿਵੇਂ ਕੀਤਾ? ਹੁਣ ਇਸ ਜੇਵਰੀ ਤੋਂ ਕੱਟਣ ਵਾਸਤੇ, ਇਸ ਬੰਧਨ ਤੋਂ ਆਜ਼ਾਦੀ ਪਾਉਣ ਵਾਸਤੇ ਕੌਣ ਆਏਗਾ? ਗੁਰਸ਼ਬਦ ਆਏਗਾ। ਇਹਨੂੰ ਕਹਿੰਦੇ ਗੁਰੂ ਨਾਨਕ ਆਣਗੇ, ਉਹ ਆਉਂਦੇ ਹਨ। ਜਪਜੀ ਸਾਹਿਬ ਆਏਗਾ, ਇਨ ਸਮਝ ਲੈਣਾ। ਗੁਰਬਾਣੀ ਆਏਗੀ, ਗੁਰਸ਼ਬਦ ਆਏਗਾ। ਜਿਸ ਮਨ ਨੇ ਗੁਰਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ, ਔਰ ਹੁਣੇ ਮੈਂ ਬੇਨਤੀ ਕੀਤੀ ਕਿਸ ਤਰ੍ਹਾਂ ਉਚਾਰਨਾ, ਫਿਰ ਵਿਚਾਰਨਾ। ਵਿਚਾਰ ਤੱਕ ਜਿਹੜਾ ਪਹੁੰਚ ਜਾਏਗਾ ਨਾ, ਉਹਦੇ ਅੰਦਰ ਸੰਕਲਪ ਆ ਜਾਏਗਾ ਕਿ ਮੈਂ ਆਪਣੀ ਇਸ ਜੇਵਰੀ ਨੂੰ ਕੱਟਣਾ ਹੈ, ਮਾਇਆ ਦੇ ਬੰਧਨਾਂ ਤੋਂ ਮੈਂ ਆਜ਼ਾਦ ਹੋਣਾ ਹੈ। ਤੇ ਇਸ ਲਈ ਉਹ ਹੁਣ ਯਤਨ ਕੀ ਕਰੇਗਾ? ਅਰਦਾਸ ਕਰੇਗਾ। ਅਰਦਾਸ, ਕਿਉਂਕਿ ਗੁਰਸਿੱਖ ਨੂੰ ਜਿਹੜੀ ਦਾਤ ਦਿੱਤੀ ਹੈ ਉਹ ਅਰਦਾਸ ਦੀ ਦਿੱਤੀ ਹੈ, ਪੁਕਾਰ ਦੀ ਦਿੱਤੀ ਹੈ, ਕੂਕਣ ਦੀ ਦਿੱਤੀ ਹੈ। ਜਦੋਂ ਤੁਸੀਂ ਅਗਲੀ ਵਾਰ ਬਾਣੀ ਪੜ੍ਹੋਗੇ, ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਦੇ ਉੱਤੇ ਕਿਰਪਾ ਹੋਏਗੀ, ਪਰ ਮੇਰਾ ਫਰਜ਼ ਹੈ ਕਹਿਣਾ, ਜਦੋਂ ਤੁਸੀਂ ਅਗਲੀ ਵਾਰ ਬਾਣੀ ਪੜ੍ਹੋਗੇ, ਬਾਣੀ ਸਿਰਫ ਆਪਣੀ ਰਿਹਾਈ ਵਾਸਤੇ ਪੜ੍ਹ ਕੇ ਵੇਖਣਾ ਕਿਸੇ ਵੇਲੇ।
ਸ਼ਬਦ ਮੈਂ ਬਹੁਤ ਸੋਚ ਸਮਝ ਕੇ ਆਖ ਰਿਹਾ ਹਾਂ। ਆਪਣੀ ਰਿਹਾਈ ਵਾਸਤੇ। ਤੁਸੀਂ ਕਹੋਗੇ ਅਸੀਂ ਕਿੱਥੇ ਬੰਨੇ ਹੋਏ ਹਾਂ? ਅਸੀਂ ਬੰਨੇ ਹਾਂ 84 ਦੇ ਗੇੜ ਵਿੱਚ। ਅਸੀਂ ਬੰਨੇ ਹੋਏ ਹਾਂ ਕਮਾਦਿਕਾਂ ਦੇ ਜੰਜਾਲਾਂ ਦੇ ਵਿੱਚ। ਭਗਤ ਨਾਮਦੇਵ ਦੀ ਤਰ੍ਹਾਂ ਕਦੀ ਅਰਦਾਸ ਕਰਨਾ, ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਜੋੜੋ ਹੱਥ ਇੱਕ ਵਾਰ, ਆਖੋ ਹੋ ਜੀ, ਬੋਲੋ ਹੋ ਜੀ ਆਲਾ ਤੇ ਨਿਵਾਰਣਾ, ਬੋਲੋ ਆਲਾ ਤੇ ਜਮ ਕਾਰਣਾ। ਇਹ ਆਲਾ, ਇਹ ਕਿਰਿਆ ਨਹੀਂ ਹੈ ਮਰਾਠੀ ਸ਼ਬਦ ਦੀ ਵੀ ਆ ਗਿਆ। ਆਲਾ ਮੀਨਸ ਆਲੇ, ਸੰਸਕ੍ਰਿਤ ਤੋਂ ਆਉਂਦਾ ਹੈ ਸ਼ਬਦ ਆਲੇ, ਜਿਵੇਂ ਭੋਜਨ ਆਲੇ, ਪੁਸਤਕ ਆਲੇ। ਆਲਾ ਘਰ ਦੇ, ਸੰਸਾਰ ਦੇ ਧੰਦਿਆਂ ਦਾ ਜੰਜਾਲ, ਆਲਾ। ਤੇ ਦਾ ਮਤਲਬ ਹੈ ਤੋਂ। ਮੈਨੂੰ ਆਲਾ ਤੋਂ ਬਚਾ ਲਓ, ਤੁਸੀਂ ਆਲੇ ਤੋਂ ਬਚਾ ਲਓ। ਤੇ ਬੰਦਾ ਸਾਰੀ ਕੋਸ਼ਿਸ਼ ਆਲੇ ਲਈ ਤੇ ਕਰਦਾ ਹੈ। ਇਹ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਕਹਿ ਰਹੇ ਹਾਂ, ਇਹ ਸਾਡੇ ਆਲੇ ਹਨ, ਘਰ ਹਨ ਸਾਡੇ। ਔਰ ਅਲੱਗ ਅਲੱਗ ਆਲਿਆਂ ਦੇ ਵਿੱਚ ਇਹ ਆਤਮਾ ਜਾਂਦਾ ਹੈ। ਕਦੀ ਕੀੜੇ ਦਾ ਆਲਾ, ਕਦੀ ਪਤੰਗੇ ਦਾ। ਹੁਣੇ ਸ਼ਬਦ ਵਰਤਿਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੀਆਂ ਜੋਨੀਆਂ ਹਨ, ਇਹ ਸਾਰੇ ਆਲਾ ਹਨ, ਘਰ ਹਨ, ਜਿਨ੍ਹਾਂ ਘਰਾਂ ਦੇ ਵਿੱਚ ਆਤਮਾ ਜਾਂਦਾ ਹੈ। ਔਰ ਫਿਰ ਭਗਤਾਂ ਨੇ ਕਿਹਾ, ਐਸੇ ਘਰ ਹਮ ਬਹੁਤ ਬਸਾਏ। ਇੱਕ ਵਾਰ ਥੋੜ੍ਹੀ ਆਲੇ ਵਿੱਚ ਆਏ ਹਾਂ, ਪਤਾ ਨਹੀਂ ਕਿਤਨੀ ਵਾਰ ਇਹਨਾਂ ਆਲਿਆਂ ਵਿੱਚ ਆਏ ਹਾਂ। ਅੱਜ ਵੀ ਆਲੇ ਵਿੱਚ ਹਾਂ, ਇਸ ਸਰੀਰ ਦੇ ਆਲੇ ਵਿੱਚ। ਤੇ ਇਸ ਸਰੀਰ ਵਾਸਤੇ ਵਧੀਆ ਆਲੇ ਹੋਰ ਬਣਾ ਲਏ, ਤੇ ਉਸ ਆਲੇ ਵਿੱਚ ਇਸ ਆਲੇ ਨੂੰ ਰੱਖ ਕੇ ਅਸੀਂ ਨਿਸ਼ਚਿੰਤ ਹੋ ਕੇ ਬੈਠ ਗਏ ਵੀ ਸਾਡੇ ਵਰਗਾ ਘਰ ਕਿਸੇ ਆਲੇ ਕਿਸੇ ਕੋਲ ਨਹੀਂ। ਭਗਤ ਨਾਮਦੇਵ ਜੀ ਨੇ ਹੱਥ ਜੋੜੇ, ਪਿੰਧੀ ਉਭ ਕਲੇ ਸੰਸਾਰਾ, ਭ੍ਰਮ ਭ੍ਰਮ ਆਇਓ ਤੁਮਚੇ ਦੁਆਰਾ। ਉਧਰੋਂ ਆਵਾਜ਼ ਆਵੇਗੀ ਨਾ, ਤੂੰ ਕੁਨ ਰੇ, ਇਧਰੋਂ ਕਿਹਾ ਜਾਏਗਾ ਮੈਂ ਜੀ ਨਾਮਾ। ਅਗਲੀ ਅਰਦਾਸ ਸੀ, ਹੋ ਜੀ ਆਲਾ ਤੇ ਨਿਵਾਰਣਾ। ਕਿਉਂ? ਜਮ ਕਾਰਣਾ। ਇਹ ਜਮਾਂ ਦੇ ਨਾਲ ਵਾਹ ਪੈਣ ਦਾ ਕਾਰਨ ਹਨ। ਇਹ ਆਲੇ ਤੇ ਇਹਨਾਂ ਨਾਲ ਜੁੜੇ ਹੋਏ ਜੰਜਾਲ। ਤੋ ਉਸ ਰਿਹਾਈ ਵਾਸਤੇ ਸਿੱਖ ਕੋਲ ਅਰਦਾਸ ਹੈ। ਅੱਜ ਸ਼ਬਦ ਗਾਇਆ ਗਿਆ ਹੈ, ਆਪਨੇ ਭਾਵਨਾ ਨਾਲ ਪੜਿਆ ਹੈ, ਰਾਖ ਲਿਓ ਹਮ ਤੇ ਬਿਗੜੀ। ਰੱਬ ਤੋਂ ਨਹੀਂ ਵਿਗੜੀ ਹੋਈ, ਯਾਦ ਰੱਖਣਾ, ਵਿਗੜੀ ਸਾਡੇ ਵੱਲੋਂ ਹੋਈ ਹੈ। ਭਗਤ ਕਬੀਰ ਜੀ ਕਹਿੰਦੇ, ਰਾਖ ਲਿਓ ਹਮ ਤੇ ਬਿਗੜੀ, ਸਾਡੇ ਤੋਂ ਵਿਗੜੀ ਹੋਈ ਹੈ। ਸੀਲ ਧਰਮ ਜਪ ਭਗਤ ਨਾ ਕੀਨੀ, ਜਪ ਤਪ ਸੰਜਮ ਧਰਮ ਨਾ ਕਮਾਇਆ। ਉਹੀ ਸਾਰੀ ਵਿਚਾਰ ਹੈ। ਫਿਰ ਹੋਇਆ ਕਿ ਇਸ ਆਲੇ ਵਿੱਚ ਰਹਿ ਕੇ ਵੀ ਹਾਂ ਅਭਿਮਾਨ ਟੇਢ ਪਗਰੀ। ਫਿਰ ਕਹਿੰਦੇ ਅਮਰ ਜਾਨ ਸੰਚੀ ਇਹ ਕਾਇਆ, ਇਹ ਆਲੇ ਕਦੀ ਮਰੇਗਾ ਹੀ ਨਹੀਂ ਹੈ। ਇਸ ਤਰ੍ਹਾਂ ਇਹਨੂੰ ਮੈਂ ਸੰਚ ਰਿਹਾ ਸਾਂ, ਇਹਦੀ ਰੱਖਿਆ ਕਰ ਰਿਹਾ ਸਾਂ। ਪਰ ਜਦੋਂ ਅੰਦਰੋਂ ਉੱਡਦਾ ਹੈ ਨਾ ਜੀ ਹੰਸ, ਆਤਮਾ ਜਿਹਨੂੰ ਕਹਿੰਦੇ, ਇੱਕ ਪਲ ਨਹੀਂ ਲੱਗਦਾ, ਸਭ ਕੁਝ ਉੱਥੇ ਹੀ ਛੱਡ ਜਾਂਦਾ ਹੈ। ਯਾਦ ਰੱਖਿਓ, ਇੱਕ ਪਲ ਨਹੀਂ ਲੱਗਦਾ। ਹੁਣ ਭਗਤ ਕਬੀਰ ਜੀ ਨੇ ਬਾਕੀ ਸਾਰੀ ਵਿਚਾਰ ਵੀ ਕੀਤੀ, ਮੈਂ ਅੰਤ ਵਿੱਚ ਆਵਾਂ। ਅੰਤ ਵਿੱਚ ਇੱਕ ਅਰਦਾਸ ਕੀਤੀ ਹੈ। ਕਹਿੰਦੇ, ਜਿਸ ਦਿਨ ਮਾਲਕ, ਮੈਂ ਸੁਣਿਆ ਹੈ ਜਿਹੜੇ ਚੰਗੇ ਹੁੰਦੇ ਹਨ ਉਹਨਾਂ ਨੂੰ ਲੈਣ ਵਾਸਤੇ ਕੋਈ ਹੋਰ ਆਉਂਦਾ ਹੈ, ਜਿਹੜੇ ਭੈੜੇ ਹੁੰਦੇ ਹਨ ਉਹਨਾਂ ਨੂੰ ਲੈਣ ਵਾਸਤੇ ਕੋਈ ਹੋਰ ਆਉਂਦਾ ਹੈ। ਮੈਂ ਚੰਗੇ ਕੰਮ ਤੇ ਨਹੀਂ ਕੀਤੇ, ਸੀਲ ਧਰਮ ਜਪ ਭਗਤ ਨਾ ਕੀਨੀ, ਹਾਂ ਅਭਿਮਾਨ ਟੇਢ ਪਗਰੀ। ਅਮਰ ਜਾਨ ਸੰਚੀਏ ਕਾਇਆ, ਇਹ ਮਿਥਿਆ ਕਾਚੀ ਗਗਰੀ। ਜਿਨ੍ਹੇ ਨਿਵਾਜ ਸਾਜ ਹਮ ਕੀਏ, ਤਿਸੇ ਵਿਸਾਰ अवर लगरी। संधिक तोहे साध नहीं कहियो, शरण परे तुमरी पगरी।
ਤੇਰੇ ਚਰਨਾਂ ਦੀ ਸ਼ਰਨ ਵਿੱਚ ਪਰ ਆਏ ਹਾਂ, ਜਿਵੇਂ ਨਾਮਦੇਵ ਆਏ ਹਨ। ਸਾਰੇ ਭਗਤਾਂ ਨੇ ਇਸ ਤਰੀਕੇ ਦੀ ਅਰਦਾਸ ਕੀਤੀ ਹੈ। 35 ਦੇ 35 ਮਹਾਂਪੁਰਖ ਮੈਂ ਤੇ ਕਵਾਂ ਉਹ ਅਰਦਾਸ ਕਰ ਰਹੇ ਹਨ। ਅਗਰ ਛਾੜ ਮਨ ਹਰ ਬਿਮੁਖਨ ਕੋ ਸੰਗ, ਇੱਕ ਪੰਕਤੀ ਆਈ ਹੈ ਸਿਰਫ, ਤੇ ਇਹਦੇ ਵਿੱਚ ਵੀ ਇੱਕ ਤਰੀਕੇ ਦੀ ਅਰਦਾਸ ਹੈ ਕਿ ਮੈਂ ਬਿਮੁਖਾਂ ਦੇ ਆਲੇ ਵਿੱਚ ਨਾ ਚਲਾ ਜਾਵਾਂ ਕਿਧਰੇ। ਇੱਥੋਂ ਤੱਕ ਸਮਝ ਲੈਣਾ। ਸਾਰੇ ਭਗਤ ਇੱਕ ਵਾਤ ਹੋ ਕੇ ਐਸੀ ਅਰਦਾਸ ਕਰਦੇ ਹਨ। ਭਗਤ ਜੀ ਕਹਿੰਦੇ ਮਤ ਘਾਲੋ ਜਮ ਕੀ ਖਬਰੀ, ਸੰਦਿਕ ਤੋਏ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ, ਕਹੇ ਕਬੀਰ ਇਹ ਬਿਨਤੀ ਸੁਣੀਓ। ਇਹ ਬੇਨਤੀ ਅਰਦਾਸ ਸੁਣ ਲਵੋ ਜੀ। ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ, ਮਤ ਘਾਲੋ ਜਮ ਕੀ, ਮੈਨੂੰ ਲੈਣ ਵਾਸਤੇ ਜਮ ਨਾ ਭੇਜਣਾ। ਯਾਦ ਰੱਖਿਓ। ਬੜੇ ਲੋਕ ਉਪਹਾਸ ਕਰਦੇ ਹਨ ਵੀ ਐਸਾ ਕੁਛ ਨਹੀਂ ਹੈ। ਤੇ ਮੈਂ ਬੇਨਤੀ ਕਰਾਂ, ਜਿਹੜੀ ਚੀਜ਼ ਅਸਾਂ ਵੇਖੀ ਨਹੀਂ ਹਲੇ ਤੱਕ ਇਸ ਜੀਵਨ ਵਿੱਚ, ਮੌਤ ਵਾਲੇ ਦਿਨ ਪਤਾ ਲੱਗੇਗਾ ਸਾਨੂੰ ਮੌਤ ਹੁੰਦੀ ਕੀ ਹੈ। ਬਸ ਉਸ ਤੋਂ ਪਹਿਲੇ ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਸੁਣ ਲਓ, ਤੁਸੀਂ ਜਿੰਨਾ ਮਰਜ਼ੀ ਮੈਂ ਵਿਖਿਆਨ ਕਰ ਦੇਵਾਂ ਤੁਸੀਂ ਸੁਣ ਲਓ, ਕਿਸੇ ਤੋਂ ਮੈਂ ਸੁਣਾ ਤੁਸੀਂ ਸੁਣੋ, ਔਰ ਜਿਤਨੇ ਮਰਜ਼ੀ ਜਾਂਦੇ ਹੋਇਆਂ ਨੂੰ ਦੇਖ ਲਓ। ਯਾਦ ਰੱਖਣਾ, ਮੌਤ ਜਦ ਸਾਹਮਣੇ ਆਉਂਦੀ ਹੈ ਤਾਂ ਹੀ ਪਤਾ ਲੱਗਦਾ ਹੈ ਕੀ ਸ਼ੈ ਹੈ, ਕੀ ਚੀਜ਼ ਹੈ। ਹਾਂ, ਅਗਰ ਉਸ ਤੋਂ ਪਹਿਲੇ ਮਨ ਨਹੀਂ ਪਿਆ ਮੰਨਦਾ, ਫਿਰ ਗੁਰਬਾਣੀ ਦਾ ਸਹਾਰਾ ਲਓ। ਬਾਬਾ ਫਰੀਦ ਜੀ ਕਹਿੰਦੇ ਜਿੱਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਫਰੀਦ ਜੀ ਦੇ ਸ਼ਲੋਕ ਸ਼ੁਰੂ ਹੀ ਇੱਥੋਂ ਹੋ ਰਹੇ ਹਨ। ਸ਼ਲੋਕ ਸ਼ੇਖ ਫਰੀਦ ਕੇ। ਮਲਕ ਜੇ ਕੰਨੀ ਸੁਣੀਦਾ, ਕਹਿੰਦੇ ਮੈਂ ਸੁਣਦਾ ਸੀ ਮਲਕ। ਮਲਕ ਕਹਿੰਦੇ ਹਨ ਫਰਿਸ਼ਤੇ ਨੂੰ। ਔਰ ਇਸਲਾਮ ਵਿੱਚ ਕੁਝ ਫਰਿਸ਼ਤਿਆਂ ਦਾ ਜ਼ਿਕਰ ਹੈ। ਮੌਤ ਦਾ ਫਰਿਸ਼ਤਾ ਇਹਨਾਂ ਵਿੱਚ ਹੈ ਅਜ਼ਰਾਈਲ, ਮਲਕੁਲ ਮੌਤ। ਇਸਲਾਮ ਵਾਲੇ ਕਿਸੇ ਨਾਲ ਮਿਲੋਗੇ ਉਹ ਤੁਹਾਨੂੰ ਕਹੇਗਾ ਮਲਕੁਲ ਮੌਤ ਆਉਂਦਾ ਹੈ। ਇਹ ਅਜ਼ਰਾਈਲ ਕਹਿ ਦਿਓ, ਇਹਨੂੰ ਮਲਕੁਲ ਮੌਤ ਕਹਿ ਦਿਓ, ਜੋ ਲੈਣ ਆਉਂਦਾ ਹੈ, ਜੋ ਪਨੀਰੀ ਵਜਾਉਂਦਾ ਹੈ, ਜੋ ਇਸ ਬੰਦੇ ਨੂੰ ਮੌਤ ਵੇਲੇ ਸਾਹਮਣੇ ਆ ਕੇ ਲੈ ਜਾਂਦਾ ਹੈ। ਮਲਕੁਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ, ਜਿੰਨੇ ਮਰਜ਼ੀ ਦਰਵਾਜ਼ਿਆਂ 'ਚ ਤੂੰ ਬੈਠ ਜਾ, ਉਹਨੂੰ ਕੋਈ ਦਰਵਾਜ਼ੇ ਦੀ ਰੋਕ ਨਹੀਂ। ਬੰਦੇ ਰੁਕ ਸਕਦੇ ਹਨ, ਮੌਤ ਨਹੀਂ ਰੁਕ ਸਕਦੀ ਕਦੀ। ਯਾਦ ਰੱਖਣਾ, ਜਿਤ ਦਿਹਾੜੇ ਧਨ ਵਰੀ, ਸਾਹੇ ਲਹੇ ਲਿਖਾਏ, ਮਲਕ ਜੇ ਕੰਨੀ ਸੁਣੀਦਾ। ਜਿਸ ਮਲਕ ਬਾਰੇ ਸੁਣਦੇ ਸਾਂ ਬਈ ਆਏਗਾ, ਉਹਦੇ ਘਰ ਆ ਗਿਆ, ਘਰ ਘਰ ਇਹੋ ਪਹੁੰਚਾ। ਅੱਜ ਉਸ ਘਰੋਂ ਆਵਾਜ਼ ਆਈ, ਅੱਜ ਉਸ ਘਰੋਂ ਆਵਾਜ਼ ਆਈ, ਸਦੜੇ ਨਿਤ ਪਵਨ, ਰੋਜ਼ ਆਵਾਜ਼ਾਂ ਆ ਰਹੀਆਂ ਸੀ। ਅੱਜ ਉਹ ਚਲਾ ਗਿਆ, ਅੱਜ ਉਹ ਚਲਾ ਗਿਆ। ਬਾਣੀ ਕਹਿੰਦੀ ਇੱਕ ਦਿਨ ਤੇਰੇ ਘਰੋਂ ਵੀ ਆਵਾਜ਼ ਆਏਗੀ ਵੀ ਤੂੰ ਵੀ ਚਲਾ ਗਿਆ। ਯਾਦ ਰੱਖਿਓ। ਇਸ ਲਈ ਮੈਂ ਬੇਨਤੀ ਕਰ ਰਿਹਾ ਹਾਂ, ਇਹ ਵਿਚਾਰ ਜਿਵੇਂ ਸਤਿਗੁਰੂ ਬਖਸ਼ ਰਹੇ ਹਨ, ਤਾਂ ਕਿ ਸਾਨੂੰ ਬੰਦਗੀ ਅੰਦਰੋਂ ਕਰਨੀ ਆ ਜਾਵੇ, ਬੰਦਗੀ ਦਾ ਚਾਓ ਆ ਜਾਵੇ। ਭਾਵੇਂ ਡਰ ਤੋਂ ਹੀ ਸ਼ੁਰੂ ਹੋਵੇ, ਭੈ ਤੋਂ ਹੀ ਸ਼ੁਰੂ ਹੋਵੇ। ਭੈ ਤੋਂ ਸ਼ੁਰੂ ਹੋ ਕੇ ਨਿਰਭਉ ਤੱਕ ਪਹੁੰਚੇਗੀ। ਨਿਰਭਉ ਜਪੈ ਸਗਲ ਭਉ, ਬਾਣੀ ਕਹਿੰਦੀ ਹੈ ਸਾਫ਼। ਇਸ ਲਈ ਸਤਿਗੁਰੂ ਬਾਣੀ 'ਚ ਸਮਝਾਉਂਦੇ, ਕਹਿੰਦੇ ਭਾਈ ਭਗਤੀ ਕਰ। ਹੁਣ ਭਗਤੀ ਕਰਦਿਆਂ ਕਰਦਿਆਂ ਜਦੋਂ ਕੋਈ ਕੁਛ ਫਾਸਲਾ ਤੈਅ ਕਰ ਲੈਂਦਾ ਹੈ, ਗੁਰੂ ਅਮਰਦਾਸ ਜੀ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। 9 ਨਿਧੀਆਂ ਤੇ 18 ਸਿੱਧੀਆਂ, ਇਹ ਤਾਕਤਾਂ ਹਨ ਜੀ। ਇਹ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਹਨ। ਕਿਤੇ ਜੋ ਹਰ ਹਿਰਦੈ ਸਦਾ ਵਸਾਏ, ਜਿਹੜਾ ਹਰੀ ਨੂੰ, ਰੱਬ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਵਸਾਉਂਦਾ ਹੈ, ਵਸਾਈ ਰੱਖਦਾ ਹੈ, ਜਿਹੜਾ ਵਸਾ ਲੈਂਦਾ ਹੈ, ਜਿਹੜਾ ਰੱਬ ਨੂੰ। ਵਸਾਉਣ ਦਾ ਅਰਥ ਕੀ ਹੈ? ਉਹਦਾ ਭਰੋਸਾ, ਉਹਦਾ ਵਿਸ਼ਵਾਸ, ਉਹਦਾ ਪਿਆਰ, ਉਹਦਾ ਸਨੇਹ ਸਭ ਇੱਕ ਨਾਲ ਜੁੜ ਗਿਆ। ਉਸ ਤੋਂ ਇਲਾਵਾ ਦੂਸਰਾ ਹੈ ਹੀ ਕੋਈ ਨਹੀਂ। ਉਹਦੇ ਪਿੱਛੇ ਕਹਿੰਦੇ ਇਹ 9 ਨਿਧੀਆਂ ਤੇ 18 ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰੇ। ਉਹ ਅੱਗੇ ਹੈ ਦਾ ਮਤਲਬ ਯਾਦ ਰੱਖਣਾ, ਇਹ ਸਦਾ ਉਸ ਤੋਂ ਪਿੱਛੇ ਰਹਿਣਗੀਆਂ। ਭਾਵ ਇਹ ਸੇਵਾ ਵਿੱਚ ਹਨ, ਪਰ ਉਹ ਭਗਤੀ ਵਿੱਚ ਹੈ। ਇਹ ਫਰਕ ਹੈ ਦੋਨਾਂ ਚੀਜ਼ਾਂ ਦਾ। ਭਗਤ ਭਗਤੀ ਵਿੱਚ ਹੈ, ਇਹ ਸੇਵਾ ਵਿੱਚ ਹਨ। ਉਹ ਸਾਫ਼ ਕਹਿੰਦਾ ਹੈ ਮੈਨੂੰ ਤੁਹਾਡੀ ਸੇਵਾ ਦੀ ਜ਼ਰੂਰਤ
ਨਹੀਂ ਹੈ, ਕਿਉਂਕਿ ਉਹ ਜਾਗਿਆ ਹੈ। ਉਹਨੂੰ ਪਤਾ ਹੈ ਰਿੱਧ ਸਿੱਧ ਅਵਰਾ ਸਾਧ। ਪੜ੍ਹਦੇ ਹੋ ਨਾ ਜਪਜੀ ਸਾਹਿਬ 'ਚ ਰੋਜ਼, ਅੱਜ ਵੀ ਪੜ੍ਹ ਕੇ ਆਏ ਹੋ, ਰਿੱਧ ਸਿੱਧ ਅਵਰਾ ਸਾਧ। ਇਹ ਭਗਤੀ ਦਾ ਸਵਾਦ ਨਹੀਂ ਦੇ ਸਕਦੇ। ਹਾਂ, ਸੰਸਾਰ ਵਿੱਚ ਯਸ਼ ਦੇ ਦੇਣਗੇ, ਲੋਕ ਡਰਨਗੇ, ਲੋਕ ਅਦਬ ਕਰਨਗੇ, ਵੀ ਇਹਦੇ ਕੋਲ ਤਾਕਤ ਹੈ, ਰਿੱਧੀ ਸਿੱਧੀ ਹੈ। ਸਿੱਧਾਂ ਦੀ ਅਜ਼ਮਤ ਇਸੇ ਕਰਕੇ ਤੇ ਬਣੀ ਹੋਈ ਸੀ, ਪ੍ਰਤਿਸ਼ਠਾ ਕਹਿ ਲਓ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਬਸ ਭਾਈ ਮੇਰੇ ਕੋਲ ਗੁਰਬਾਣੀ, ਗੁਰਸ਼ਬਦ, ਸਾਧ ਸੰਗਤ, ਬਸ ਇਹੀ ਕੁਝ ਹੈ। ਮੈਂ ਇਹਨਾਂ ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਨਹੀਂ ਹਾਂ। ਹੋਣਗੀਆਂ ਪਿੱਛੇ ਚਲਦੀਆਂ ਆ ਰਹੀਆਂ, ਆਣ ਦਿਓ। ਪਰ ਭਗਤ ਹਮੇਸ਼ਾ ਇਹਨਾਂ ਤੋਂ ਅੱਗੇ ਰਹਿੰਦਾ ਹੈ। ਬਿਨ ਸਤਿਗੁਰ ਨਾਉ ਨ ਪਾਈਐ, ਬੁੱਝੋ ਕਰ ਵਿਚਾਰ। ਗੁਰੂ ਅਮਰਦਾਸ ਜੀ ਗੱਲ ਹੋਰ ਸਮਝਾਉਂਦੇ, ਕਹਿੰਦੇ ਇਹ ਜਿਹੜੀ ਅਵਸਥਾ ਹੈ, ਨਾਮ ਮਿਲ ਜਾਣਾ, ਰੱਬ ਦੀ ਰਜ਼ਾ ਮਿਲ ਜਾਣੀ, ਰੱਬ ਦੇ ਗੁਣ ਮਿਲ ਜਾਣੇ, ਰੱਬ ਦੀ ਸਦੀਵੀ ਯਾਦ ਮਿਲ ਜਾਣੀ। ਹਿਰਦੇ ਵਿੱਚ ਰੱਬ ਵਸ ਗਿਆ ਹੈ, ਸਮਝੋ ਤੁਹਾਨੂੰ ਨਾਮ ਮਿਲ ਗਿਆ ਹੈ। ਕਿਉਂਕਿ ਜੋ ਵਸਿਆ ਹੈ, ਹੁਣ ਸਮਝਣਾ, ਉਹਦੇ ਗੁਣ ਵੀ ਚੰਗੇ ਲੱਗਣਗੇ, ਉਹਦੀ ਯਾਦ ਜਾਏਗੀ ਨਹੀਂ ਕਿਧਰੇ, ਕਿਉਂਕਿ ਅੰਦਰ ਹੈ, ਤੇ ਉਹਦੀ ਰਜ਼ਾ ਵੀ ਚੰਗੀ ਲੱਗੇਗੀ। ਜਿਸ ਦਿਨ ਤੁਹਾਨੂੰ ਸਿਮਰਨ, ਗੁਣ ਤੇ ਰਜ਼ਾ ਮਿਲ ਜਾਵੇ, ਸਮਝ ਲੈਣਾ ਤੁਹਾਨੂੰ ਨਾਮ ਮਿਲ ਗਿਆ। ਪਰ ਗੁਰੂ ਅਮਰਦਾਸ ਜੀ ਕਹਿੰਦੇ ਬਿਨ ਸਤਿਗੁਰ, ਸਤਿਗੁਰੂ ਤੋਂ ਬਗੈਰ ਇਹ ਨਾਮ ਨਹੀਂ ਮਿਲ ਸਕਦਾ। ਔਰ ਇਹ ਉਹ ਗੁਰੂ ਅਮਰਦਾਸ ਜੀ ਹਨ ਜਿਨ੍ਹਾਂ ਨੇ 60 ਸਾਲਾਂ ਤੱਕ ਨਿਗਰੀ ਭਗਤੀ ਕੀਤੀ ਸੀ। 60 ਸਾਲ ਜੀਵਨ ਦੇ ਬੀਤ ਚੁੱਕੇ ਸਨ, ਗੁਰੂ ਵਾਲੇ ਨਹੀਂ ਸਨ ਬਣੇ। ਤਕਰੀਬਨ 61-62 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇ ਘਰ ਵੱਲ ਮੂੰਹ ਕੀਤਾ। ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਖਡੂਰ ਸਾਹਿਬ ਆਏ, ਤੇ ਉਸ ਦਿਨ ਆਖ ਦਿੱਤਾ, ਪਾਤਸ਼ਾਹ ਮੈਂ ਬਹੁਤ ਦੇਰ ਨਾਲ ਆਇਆ ਹਾਂ। ਕਈ ਵਾਰ ਹੁੰਦਾ ਹੈ ਨਾ ਵੀ 62 ਸਾਲ ਦੀ ਉਮਰ ਤੇ ਤੁਸੀਂ ਵੇਖੋ ਕੇਸ ਦਾੜੀ ਸਭ ਸਫੇਦ ਹੋ ਚੁੱਕੇ ਸਨ, ਬਿਰਧਪੁਣਾ 60 ਕਹਿ ਬੁਢੇਪਾ ਆਵੇ, ਵਰਿਧ ਅਵਸਥਾ ਵਿੱਚ ਆਏ। ਤੇ ਉਸ ਦਿਨ ਕਿਹਾ ਸੀ, ਹੇ ਗੁਰੂ ਅੰਗਦ ਦੇਵ, ਗੁਰੂ ਨਾਨਕ ਮੈਂ ਬਹੁਤ ਦੇਰ ਨਾਲ ਆਇਆ। ਤੇ ਸਤਿਗੁਰੂ ਨੇ ਇੱਕ ਗੱਲ ਕਹੀ ਸੀ, ਭਾਈ ਕਦੇ ਵੀ ਦੇਰ ਨਹੀਂ। ਅੰਗਰੇਜ਼ੀ ਦਾ ਇੱਕ ਅਖਾਣ ਵੀ ਹੈ, ਇਟਸ ਨੈਵਰ ਟੂ ਲੇਟ, ਕਦੀ ਵੀ ਬਹੁਤ ਦੇਰ ਨਹੀਂ ਹੁੰਦੀ। ਅਜਾਮਲ ਕੋ ਅੰਤ ਕਾਲ ਮੈਂ, ਅਜਾਮਲ ਨੂੰ ਆਖਰੀ ਸਵਾਸਾਂ ਵਿੱਚ ਰੱਬ ਚੇਤੇ ਆ ਗਿਆ ਤੇ ਉਹਦਾ ਪਾਰ ਉਤਾਰਾ ਹੋ ਗਿਆ। ਇਸ ਕਰਕੇ ਅਗਰ ਇਹ ਪ੍ਰੇਰਣਾ ਮਿਲੇ, ਜਦੋਂ ਤੁਹਾਨੂੰ ਅੱਜ ਮਿਲੇ, ਅੱਜ ਹੀ ਗੁਰੂ ਵਾਲੇ ਬਣ ਜਾਓ, ਅੱਜ ਹੀ ਇਸ ਰਸਤੇ ਤੇ ਤੁਰਨਾ ਸ਼ੁਰੂ ਕਰ ਦਿਓ। ਆਪਣਾ ਜੀਵਨ ਵੇਖੋ। ਮੈਂ ਕਿਉਂਕਿ ਬੇਨਤੀ ਕੀਤਾ ਹੈ, ਇਹ ਜਿਹੜਾ ਜਨਮ ਜਿਹਨੂੰ ਅਸੀਂ ਬਹੁਤ ਬਹੁਤ ਲਾਈਟਲੀ ਲਿਆ ਹੋਇਆ ਹੈ, ਸੰਸਾਰ ਕਰਕੇ ਤੇ ਅਸੀਂ ਬਹੁਤ ਗੰਭੀਰ ਹਾਂ, ਪਰ ਭਗਤੀ ਕਰਕੇ ਅਸੀਂ ਬਿਲਕੁਲ ਸੰਜੀਦਾ ਨਹੀਂ ਹਾਂ, ਸੀਰੀਅਸ ਨਹੀਂ ਹਾਂ। ਯਾਦ ਰੱਖਣਾ ਹੈ, ਵਾਰੀ ਹੁਣ ਛੇਤੀ ਨਾਲ ਨਹੀਂ ਆਏਗੀ ਦੁਬਾਰਾ। ਇੱਕ ਵਾਰ ਨਿਕਲ ਗਈ ਨਾ, ਤੇ ਸਾਇੰਟੀਫਿਕਲੀ ਅਗਰ ਤੁਸੀਂ ਮੈਥਮੈਟਿਕਲੀ ਅਗਰ ਦੇਖੋ ਨਾ, 84 ਲੱਖ ਜੋਨਾਂ ਹਨ। ਅਗਰ ਇੱਕ ਜੋਨ ਦਾ ਤੁਸੀਂ 1 ਸਾਲ ਵੀ ਲਾ ਲਓ, ਤੇ 84 ਲੱਖ ਸਾਲ ਤੇ ਇਹੀ ਨਿਕਲ ਗਏ। ਸੋਚ ਕੇ ਵੇਖੋ, ਬੁੱਧੀ ਨਾਲ, ਲੌਜਿਕ ਨਾਲ ਸੋਚ ਕੇ ਵੇਖੋ। ਐਵਰੇਜ ਤੁਸੀਂ ਇੱਕ ਜੋਨ ਦਾ ਸਿਰਫ 1 ਸਾਲ ਲਾ ਲਓ, ਮੈਂ ਕਹਿੰਦਾ 6 ਮਹੀਨੇ ਲਾ ਲਓ ਤੁਸੀਂ, ਫਿਰ ਵੀ 42 ਲੱਖ ਸਾਲ। ਸੋਚ ਕੇ ਵੇਖੋ। ਔਰ ਆਪਣੇ ਜਿਵੇਂ ਅਸੀਂ ਮਨੁੱਖਾਂ ਨੇ ਸਮੇਂ ਨੂੰ ਕੈਲਕੂਲੇਟ ਕੀਤਾ ਹੈ, ਸੋਚ ਕੇ ਵੇਖੋ ਕਦੀ ਜਰਾ। ਉਸ ਤੋਂ 10 ਗੁਣਾ ਥੱਲੇ ਆ ਜਾਓ ਤੇ ਘੱਟੋ ਘੱਟ ਜਿਤਨਾ 4,32,000 ਸਾਲ ਦਾ ਕਲਯੁਗ ਹੈ ਨਾ ਜੀ, 5% ਵੀ ਇਹਦਾ ਲੈ ਲਓ ਅਗਰ, ਚਲੋ ਜੀ ਹੋਰ ਛੋਟਾ ਛੋਟਾ ਅਗਰ ਛੇਤੀ ਛੇਤੀ ਟੱਪਦੇ ਰਹੀਏ, ਤਾਂ ਵੀ 5 ਲੱਖ ਸਾਲ ਕਿਧਰੇ ਨਹੀਂ ਗਏ। ਸੋਚ ਕੇ ਵੇਖੋ ਜਰਾ। ਤੇ ਇੱਥੇ ਸਾਡੇ ਕੋਲ ਪੇਸ਼ੈਂਸ ਹਨ, ਅਸੀਂ 2-4 ਘੰਟੇ 2 ਦਿਨ ਦਾ ਇੰਤਜ਼ਾਰ ਨਹੀਂ ਕਰਦੇ ਕਿਸੇ ਚੀਜ਼ ਲਈ। ਤੇ ਉੱਥੇ ਫਿਰ ਕਿਤਨੀ ਕੁ ਭਟਕਣਾ ਸਾਨੂੰ ਸਹਿਣੀ ਪਏਗੀ। ਇਸ ਲਈ ਗੰਭੀਰ ਹੋਈਏ, ਅਸੀਂ ਗੁਰੂ ਅੱਗੇ ਅਰਦਾਸ ਕਰੀਏ, ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਔਰ ਫਿਰ ਗੁਰੂ ਅਮਰਦਾਸ ਜੀ ਨੇ ਕਿਹਾ, ਮੈਂ ਕਹਿ ਕੇ ਸਮਾਪਤੀ ਵੱਲ ਆਵਾਂ, ਬਾਬੇ ਫਰੀਦ ਨੇ ਕਿਹਾ ਸੀ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਏ। ਉਹਨਾਂ ਨੇ ਗੱਲ ਕੀਤੀ ਸੀ, ਗੁਰੂ ਅਮਰਦਾਸ ਜੀ ਨੇ ਕਿਹਾ, ਕਾਲੀ ਧੌਲੀ ਸਾਹਿਬ ਸਦਾ ਹੈ। ਇਹ ਬਹੁਤ ਗੰਭੀਰ ਹਨ। ਇਹ ਇਸ ਤਰ੍ਹਾਂ ਨਹੀਂ ਵੀ ਕੋਈ ਕਟਾਕਸ਼ ਹੈ, ਇਹ ਹੈ
ਜੋ ਗੱਲ ਭਗਤਾਂ ਨੇ ਗੁਪਤ ਰੂਪ 'ਚ ਕਹੀ ਔਰ ਸਤਿਗੁਰੂ ਨੂੰ ਲੱਗਿਆ ਬੰਦੇ ਨੂੰ ਪੜਨ ਵਿੱਚ ਸ਼ਾਇਦ ਮੁਗਾਲਤਾ ਲੱਗ ਜਾਵੇ, ਜਿਵੇਂ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ। ਹੁਣ ਲਿਟਰਲ ਮੀਨਿੰਗ ਹਨ, ਜੇ ਸਰੀਰ ਨੂੰ ਚੀਰਦੇ ਉਸ ਚੋਂ ਖੂਨ ਨਹੀਂ ਨਿਕਲੇਗਾ। ਹੁਣ ਇਹ ਸੰਭਵ ਗੱਲ ਹੈ, ਸਰੀਰ ਨੂੰ ਜਿਤਨੋਂ ਤੁਸੀਂ ਚੀਰੋਗੇ ਖੂਨ ਨਿਕਲੇਗਾ। ਇਹਨੂੰ ਫਿਰ ਸਤਿਗੁਰੂ ਜੀ ਨੇ ਇਲੈਬੋਰੇਟ ਕੀਤਾ ਅੱਗੇ, ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ, ਜੋ ਸ਼ਹ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। हाँ, खून नहीं निकलेगा, लोभ वाला खून नहीं निकलेगा। क्यों? भै पया तन खीण होए, लोभ रत विचों जाए। जदों रब दे भै विच तुसीं चले जाओगे, हुक्म भाणे विच, ਉਹਦੇ डर अदब विच, ते तुहाडा अंदरों लोभ रूपी खून सुक जाएगा। फिर चीरो इस शरीर नूं, जिधरों भी चीरोगे जिंदगी विच किधरे भी इतना भी खून नहीं निकलेगा लोभ दा, एक तुपका नहीं निकलने वाला। इस तरह बाणी है। ਉਹ ਗੁਰੂ ਅਮਰਦਾਸ ਜੀ ਕਹਿੰਦੇ ਕਾਲੀ ਧੌਲੀ ਸਾਹਿਬ ਸਦਾ ਹੈ। ਭਾਵੇਂ ਕਾਲੀ ਮੀਨਸ ਜਵਾਨੀ ਤੇ ਧੌਲੀ ਮੀਨਸ ਬੁਢੇਪਾ। ਜਦੋਂ ਜਾਗੋ ਉਦੋਂ ਸਵੇਰਾ ਹੋ ਜਾਏਗਾ। ਇਸ ਲਈ ਜਿਹੜੇ ਹਲੇ ਤੱਕ ਭਗਤੀ ਦੇ ਰਸਤੇ ਤੇ ਨਹੀਂ ਤੁਰੇ ਉਹ ਅੱਜ ਅਰਦਾਸ ਜ਼ਰੂਰ ਕਰਿਓ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਬਿਨ ਸਤਿਗੁਰ ਨਾਉ ਨਾ ਪਾਈਏ। ਗੁਰੂ ਤੋਂ ਬਗੈਰ ਨਾਮ ਨਹੀਂ ਮਿਲਦਾ। ਬੁੱਝੋ ਕਰ ਵਿਚਾਰ, ਵਿਚਾਰ ਕਰਕੇ ਭਾਵੇਂ ਸਮਝ ਲਓ, ਬੁੱਝ ਲਓ। ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਹੇ ਨਾਨਕ, ਪੂਰੇ ਭਾਗਾਂ ਨਾਲ, ਵੱਡੀ ਕਿਸਮਤ ਨਾਲ, ਪੂਰੀ ਕਿਸਮਤ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਸਰੀਰ ਕਰਕੇ ਗੁਰੂ ਮਿਲ ਪਿਆ ਹੈ, ਯਾਦ ਰੱਖਣਾ। ਸਾਡੇ ਪੂਰੇ ਭਾਗ ਹਨ, ਸਾਨੂੰ ਗੁਰੂ ਲੱਭਣ ਦੀ ਲੋੜ ਨਹੀਂ ਇਸ ਜਨਮ 'ਚ। ਸਾਡੇ ਗੁਰੂ ਕੌਣ ਹਨ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਖੋ ਧੰਨ ਧੰਨ ਸ੍ਰੀ ਗੁਰੂ। ਸਾਨੂੰ ਲੱਭਣ ਦੀ ਤਾਂ ਨਹੀਂ ਲੋੜ ਨਾ, ਵੀ ਗੁਰੂ ਵਾਲੇ ਬਣਾਂਗੇ, ਗੁਰੂ ਢੂੰਡਾਂਗੇ। ਗੁਰੂ ਵਾਲੇ ਬਣਨਾ ਹੈ ਬਸ। ਗੁਰੂ ਦੀ ਸ਼ਰਨ ਵਿੱਚ ਆ ਕੇ ਜੋ ਪਰੰਪਰਾ ਹੈ, ਜੋ ਸਾਡਾ ਤਰੀਕਾ ਹੈ, ਅੰਮ੍ਰਿਤ ਪਾਨ ਕਰੀਏ ਔਰ ਗੁਰੂ ਦੇ ਰਸਤੇ 'ਤੇ ਤੁਰੀਏ। ਸਤਿਗੁਰੂ ਕਹਿੰਦੇ ਪੂਰੇ ਭਾਗਾਂ ਨਾਲ ਗੁਰੂ ਮਿਲਦਾ ਹੈ। ਸਰੀਰ ਕਰਕੇ ਸਾਨੂੰ ਗੁਰੂ ਮਿਲ ਗਿਆ ਹੈ, ਹੁਣ ਸੁਰਤ ਕਰਕੇ ਵੀ ਗੁਰੂ ਵਾਲੇ ਬਣ ਜਾਈਏ। ਸੁਖ ਪਾਏ ਜੁਗ ਚਾਰ, ਜਿਹਨੂੰ ਮਿਲਦਾ ਹੈ ਉਹ ਚਾਰੇ ਜੁਗਾਂ ਤੱਕ, ਭਾਵ ਹਮੇਸ਼ਾ ਹੀ ਸਦਾ ਹੀ ਸੁਖ ਪਾਉਂਦਾ ਹੈ। ਉਹਦੇ ਮਨ ਵਿੱਚ ਐਸਾ ਠਹਿਰਾਵ ਆ ਜਾਂਦਾ ਹੈ ਕਿ ਬਾਹਰ ਦੀ ਪਰਿਸਥਿਤੀ ਕਿਹਾ ਜੀ ਕਿਉਂ ਨਾ ਹੋਵੇ, ਉਹ ਅੰਦਰੋਂ ਸੁਖੀ ਹੈ, ਅੰਦਰੋਂ ਠੰਡਾ ਹੈ, ਅੰਦਰੋਂ ਸਹਿਜ ਵਿੱਚ ਹੈ। ਇਹ ਹੈ ਗੁਰੂ ਦੀ ਬਖਸ਼ਿਸ਼। ਇਸ ਤਰੀਕੇ ਨਾਲ ਉਹਦਾ ਬ੍ਰਹਮਪੁਣਾ ਭਾਵ ਉਹਦੀ ਭਗਤੀ ਕਾਇਮ ਰਹਿੰਦੀ ਹੈ। ਇਤਨੇ ਸ਼ਬਦ ਪ੍ਰਵਾਨ ਪਹਿਲੇ ਸ਼ਲੋਕ ਦੀ ਵਿਚਾਰ ਸਤਿਗੁਰੂ ਜੀ ਨੇ ਕਰਾਈ ਹੈ। ਅੱਗੇ ਭਾਵੇਂ ਤ੍ਰਿਸ਼ਨਾ ਦੀ ਗੱਲ ਹੈ, ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ, ਉਮਰ ਨਾਲ ਨਹੀਂ ਸੰਬੰਧ। ਮਨਮੁਖਤਾ ਜਿਸ ਉਮਰ ਵਿੱਚ ਆ ਜਾਏਗੀ, ਉਸ ਉਮਰ ਵਿੱਚ ਇਹ ਅੰਦਰ ਵਿਕਾਰ ਪੈਦਾ ਕਰੇਗੀ, ਭਾਵੇਂ ਉਹ ਗੱਭਰੂ ਹੋਵੇ ਤੇ ਭਾਵੇਂ ਉਹ ਬਿਰਧ ਹੋਵੇ। ਅਗਲੀ ਵਾਰ ਕਦੀ ਸਤਿਗੁਰੂ ਜੀ ਨੇ ਸਮਾਂ ਔਰ ਸਬਬ ਬਖਸ਼ਿਆ, ਮੁਖਵਾਕ ਆਵੇ ਤੇ ਅਗਲੇ ਇਸ ਸ਼ਲੋਕ ਤੋਂ ਵਿਚਾਰ ਆਪ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਜਾਏਗਾ ਜੀ। ਇਤਨੇ ਸ਼ਬਦ ਅੱਜ ਪ੍ਰਵਾਨ ਕਰਨੇ ਹੋਈਆਂ। ਭੁੱਲਾਂ ਦੀ ਖਿਮਾ, ਅਦਬ ਸਤਕਾਰ, ਪ੍ਰੇਮ ਭਾਵਨਾ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।